राग सूही बाणी श्री कबीर जियो। तथा सबना भगतां की कबीर के एक ओंकार सतगुर प्रसाद। अब तर आए कहाँ तुम कीना, राम को नाम न कबहू लीना। अब तर आए कहाँ तुम कीना, राम को नाम न कबहू लीना। राम ना जपो कबन मत लागे, मर जाएं बे को क्या करो अपागे। रहाओ दुख सुख करके कुटुंब जीवाया, मरती बार एक सर दुख पाया। कंठ गहन तब करन पुकारा, कह कबीर आगे ते ना सुमारा। कंठ गहन तब करन पुकारा, कह कबीर आगे ते ना सुमारा। शब्द गुरु साहिब श्री गुरु ग्रंथ साहिब महाराज सच्चे पातशाह जी दी पावन ते पवित्र हजूरी दे विच सज बैठे गुरु प्यारिओ, आप सब धनता दे जोग हो, बड़े भाग ने। आओ सतगुरां दी बख्शिश गुरबाणी विचार नाल जुड़िए, जिंदगी दे मनोरथ नूं पूरा करिए, गुरफतेह दी सांझ पाइए। सबना निके बार कहण ते बोलना जी आखिओ। वाहिगुरु जी का खालसा, वाहिगुरु जी की फतेह। पिछले काफ़ी टाइम तो आपां सूही राग दे विचों साहिब श्री गुरु नानक देव महाराज, गुरु अंगद साहिब महाराज, गुरु साहिबाना दी पावन बाणी नूं पढ़दे समझदे विचारदे आ रहे हां। राग सूही ही है ते अज दे जो शब्द नूं आपां गैन कीता लड़ीवार विचार दे विचों, ये शब्द भगतां दी बाणी शुरू हो गई। भगत कबीर साहब जी ने राग सूही दे विच सानू उपदेश बख्शिश कीता है, जिन्हों आपां रास पूंजी भी कह सकते हैं, राह दी पूंजी। जिंदगी दे विच किवें एकत्र करनी है, किहड़े काम नहीं करने ते किहड़े करने ने, उहदे बारे सानू भगत कबीर साहब जी ने दस्सिया। उन्हां तो आपां लाहा खट्टना। सतगुरु पातशाह जी बख्शिश करते ने, राग सूही बाणी श्री कबीर जीओ। अगे लिखिया तथा सबना भगतां की, होर भी भगतां दी बाणी इस राग दे विच ऐड आ। कबीर साहब तो अलग। भगत कबीर जी
ਜ਼ਿਕਰ ਕਰਦੇ ਨੇ, ਕਹਿੰਦੇ ਅਵਤਰ ਆਏ ਕਹਾਂ ਤੁਮ ਕੀਨਾ। ਅਵਤਰ ਤੋਂ ਭਾਵ ਹੈ ਅਵਤਾਰ, ਤੇ ਅਵਤਾਰ ਤੋਂ ਭਾਵ ਹੈ ਇਸ ਧਰਤੀ ਤੇ ਆਉਣ ਵਾਲਾ। ਆਪਣੀ ਆਮ ਹੀ ਭਾਸ਼ਾ ਆਪਾਂ ਗੁਰੂ ਨਾਨਕ ਸਾਹਿਬ ਦੇ ਸੰਬੰਧੀ ਵੀ ਕਹਿ ਦਿੰਦੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੰਬੰਧ ਵਿੱਚ ਵੀ ਕਹਿ ਦਿੰਦੇ ਹਾਂ ਵੀ ਸਾਡੇ ਗੁਰੂ ਸਾਹਿਬਾਨਾਂ ਨੇ ਇਸ ਧਰਤੀ ਤੇ ਅਵਤਾਰ ਧਾਰਨ ਕੀਤਾ। ਵੈਸੇ ਜਿੱਥੋਂ ਤੱਕ ਮੈਨੂੰ ਸਮਝ ਆ ਗਈ ਵੀ ਆਪਾਂ ਨੂੰ ਅਵਤਾਰ ਧਾਰਨ ਕੀਤਾ ਕਹਿਣਾ ਨਹੀਂ ਚਾਹੀਦਾ। ਕਿਉਂ ਨਹੀਂ ਕਹਿਣਾ ਚਾਹੀਦਾ? ਕਿਉਂਕਿ ਗੁਰੂ ਦੀ ਬਾਣੀ ਨਹੀਂ ਕਹਿੰਦੀ। ਗੁਰੂ ਦੀ ਬਾਣੀ ਤਾਂ ਗੁਰੂ ਨਾਨਕ ਸਾਹਿਬ ਦੇ ਸੰਬੰਧੀ ਕਹਿੰਦੀ ਆ, ਆਪ ਨਰੈਣ ਕਲਾ ਧਾਰ ਜਗ ਮੈਂ ਪਰੇ ਵਰਿਓ। ਨਰੈਣ ਬਾਰ-ਬਾਰ ਅਵਤਾਰ ਧਾਰਨ ਨਹੀਂ ਕਰਦਾ, ਉਹ ਤਾਂ ਹੁੰਦਾ ਹੀ ਆ। ਨਾ ਉਹ ਜੰਮਿਆ ਨਾ ਉਹ ਮਰਦਾ, ਨਾ ਇਹ ਬੁੱਢਾ ਨਾ ਇਹ ਬਾਲਾ, ਨਾ ਇਹ ਬੁੱਢਾ ਹੁੰਦਾ ਤੇ ਨਾ ਇਹ ਬਾਲਾ ਬਚਪਨ ਦੇ ਵਿੱਚ ਆ। ਉਹ ਤਾਂ ਹਰ ਵਕਤ ਹੁੰਦਾ ਇਸ ਧਰਤੀ ਤੇ, ਹਰ ਵਕਤ। ਕੋਈ ਐਸਾ ਸਮਾਂ ਨਹੀਂ ਹੈ ਜਿਸ ਸਮੇਂ ਵਿੱਚ ਵਾਹਿਗੁਰੂ ਨਾ ਹੋਵੇ। ਸਾਨੂੰ ਵੀ ਮਾਣ ਦੇ ਨਾਲ ਇੱਕ ਗੱਲ ਦਿਲ ਦੇ ਵਿੱਚੋਂ ਕਹਿ ਦੇਣੀ ਚਾਹੀਦੀ ਆ ਵੀ ਸਾਡਾ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਅਵਤਾਰ ਨਹੀਂ ਧਾਰਿਆ, ਉਹ ਤਾਂ ਸਦਾ ਹੀ ਇਸ ਧਰਤੀ ਤੇ ਹੈਗੇ ਨੇ ਭਾਈ। ਜੇ ਭੱਟ ਸਾਹਿਬਾਨ ਕਹਿੰਦੇ ਆ ਨਾ, ਆਪ ਨਰੈਣ, ਕੌਣ? ਗੁਰੂ ਨਾਨਕ ਸਾਹਿਬ। ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਜੇ ਗੁਰੂ ਸਾਹਿਬਾਨਾਂ ਦੇ ਸੰਬੰਧੀ ਭੱਟ ਸਾਹਿਬਾਨ ਕਹਿੰਦੇ ਤੇ ਸਾਨੂੰ ਕਹਿਣਾ ਨਹੀਂ ਚਾਹੀਦਾ ਅਵਤਾਰ ਧਾਰਨ ਕੀਤਾ। ਅਸੀਂ ਇਸ ਧਰਤੀ ਤੇ ਅਵਤਾਰ ਧਾਰਨ ਕੀਤਾ, ਅਸੀਂ ਕੀਤਾ, ਉਹ ਨਹੀਂ ਕੀਤਾ। ਉਹ ਤਾਂ ਜੂਨੀ ਸਾਹਿਬ ਭਾਉ ਸੁਤੇ ਪ੍ਰਕਾਸ਼। ਪਰਮਾਤਮਾ ਦੇ ਸੇਵਕ ਵੀ ਸੁਤੇ ਪ੍ਰਕਾਸ਼ ਨੇ ਭਾਈ। ਉਹ ਅੱਜ ਵੀ ਨੇ, 100 ਸਾਲ ਪਹਿਲਾਂ ਵੀ ਸੀ, 500 ਸਾਲ ਪਹਿਲਾਂ ਵੀ ਸੀ, ਉਹ ਤਾਂ ਹੈਗੇ ਆ। ਹੁਣ ਇੱਥੇ ਚਲੋ ਗੁਰੂ ਸਾਹਿਬ ਦੀ ਗੱਲ ਨਹੀਂ, ਸਾਡੀ ਗੱਲ ਆ। ਅਵਤਰ ਆਏ ਕਹਾਂ ਤੁਮ ਕੀਨਾ। ਅਵਤਾਰ ਧਾਰਨ ਕੀਤਾ ਤੁਸੀਂ ਭਾਈ ਇੱਥੇ ਸਾਰਿਆਂ ਨੇ। ਭਗਤ ਜੀ ਸਾਨੂੰ ਕਹਿੰਦੇ ਨੇ ਅਵਤਰ ਆਏ। ਫਿਰ ਅੱਗੇ ਲਿਖਿਆ ਕਹਾਂ। ਕਹਾਂ ਤੋਂ ਭਾਵ ਕੀ ਹੈ? ਤੂੰ ਕੀ ਕੀਤਾ ਇਸ ਧਰਤੀ ਤੇ ਬੰਦਿਆ? ਤੂੰ ਆਇਆ, ਅਵਤਾਰ ਧਾਰਨ ਕੀਤਾ, ਆਉਣ ਤੋਂ ਬਾਅਦ ਕੀ ਕੀਤਾ? ਅਵਤਰ ਆਏ ਕਹਾਂ ਤੁਮ, ਤੂੰ ਕੀਨਾ ਕੀਤਾ। ਇਸ ਧਰਤੀ ਤੇ ਆ ਕੇ ਭਗਤ ਸਾਹਿਬਾਨ ਜੀ ਸਾਨੂੰ ਪ੍ਰਸ਼ਨ ਕਰਕੇ ਪੁੱਛਦੇ ਨੇ, ਤੂੰ ਕੀ ਕੀਤਾ? ਹੁਣ ਆਓ ਥੋੜਾ ਜਿਹਾ ਆਪਣੇ ਤੇ ਗੱਲ ਲੈ ਕੇ ਆਈਏ। ਆਪਾਂ ਮੰਨ ਲਓ ਵੀ ਆਪਾਂ ਆ ਗਏ ਗੁਰਮਤ ਦੀ ਕਲਾਸ ਵਿੱਚ। ਅੱਜ ਜਿੱਥੇ ਆਪਾਂ ਬੈਠੇ ਆ ਨਾ, ਇਹ ਗੁਰਮਤ ਦੀ ਕਲਾਸ ਆ, ਸਕੂਲ ਆ ਸਾਡਾ ਇਹ। ਜਿਵੇਂ ਸਾਡੇ ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਮਾਣ ਹੁੰਦਾ ਨਾ, ਮੈਂ ਫਲਾਣੇ ਸਕੂਲ ਦੇ ਵਿੱਚ ਆ ਤੇ ਮੇਰਾ ਸਕੂਲ ਤਾਂ ਪੂਰੇ ਜ਼ਿਲ੍ਹੇ ਚੋਂ ਟੌਪ ਆ, ਮੇਰਾ ਸਕੂਲ ਤਾਂ ਪੂਰੇ ਸੂਬੇ ਚੋਂ ਟੌਪ ਆ ਭਾਈ, ਤੇ ਮੇਰਾ ਸਕੂਲ ਤਾਂ ਪੂਰੇ ਹਿੰਦੁਸਤਾਨ ਚੋਂ ਟੌਪ ਆ। ਇਹ ਸਾਡੀ ਬਾਹਰਲੀ ਭਾਸ਼ਾ ਵੀ ਸਕੂਲਾਂ ਦੇ ਸੰਬੰਧੀ। ਜਿੱਥੇ ਜਿੱਥੇ ਜਿਹਦੇ ਬੱਚੇ ਪੜ੍ਹਦੇ ਨੇ, ਉਹਨਾਂ ਨੂੰ ਸਭ ਆਪੋ ਆਪਣੀ ਮਤ ਮੁਤਾਬਕ ਆਪਣੇ ਬੱਚਿਆਂ ਦੇ ਸਕੂਲ ਟੌਪ ਲੱਗਦੇ ਆ। ਜੇ ਅਸੀਂ ਘਰ ਦੇ ਵਿੱਚ ਖੜ ਕੇ ਗੱਲ ਕਹਿੰਦੇ ਨੇ ਵੀ ਸਾਡੇ ਬੱਚੇ ਦਾ ਸਕੂਲ ਵਧੀਆ, ਸਾਨੂੰ ਵੀ ਇਸ ਗੱਲ ਨੂੰ ਮਾਣ ਦੇ ਨਾਲ ਕਹਿ ਦੇਣਾ ਚਾਹੀਦਾ, ਜਿਹੜੇ ਸਕੂਲ 'ਚ ਮੈਂ ਰੋਜ਼ ਜਾਂਦਾ ਨਾ, ਰੋਜ਼ ਜਾਣਾ, ਉਹ ਕਿਹੜਾ? ਗੁਰੂ ਨਾਨਕ ਸਾਹਿਬ ਦਾ ਸਕੂਲ ਆ। ਤੇ ਗੁਰੂ ਨਾਨਕ ਸਾਹਿਬ ਦਾ ਸਕੂਲ ਨਾ ਤਾਂ ਇੱਕ ਪਿੰਡ ਚੋਂ ਟੌਪ ਆ, ਇਹ ਨਾ ਇੱਕ ਸੂਬੇ ਚੋਂ, ਇਹ ਤਾਂ ਪੂਰੇ ਵਰਲਡ ਦੇ ਵਿੱਚੋਂ ਟੌਪ ਦਾ ਸਕੂਲ ਆ। ਜੇ ਟੀਚਰ ਵਧੀਆ ਮਿਲ ਜਾਣ ਤਾਂ। ਗੁਰੂ ਨਾਨਕ ਸਾਹਿਬ ਦਾ ਸਿਲੇਬਸ ਤਾਂ ਹੈਗਾ ਹੀ ਆ, ਉਹਦੇ 'ਚ ਕੋਈ ਸ਼ੱਕ ਨਹੀਂ, ਉਹ ਤਾਂ ਛਪ ਚੁੱਕਿਆ ਗਾ। ਅੱਜ ਤੋਂ 500 ਸਾਲ ਪਹਿਲਾਂ ਛਾਪਤਾ ਗੁਰੂ ਨਾਨਕ ਸਾਹਿਬ ਨੇ। ਸਿਲੇਬਸ ਹੈ, ਉਹ ਸਿਲੇਬਸ ਨੂੰ ਦੁਹਰਾਉਣ ਵਾਲਾ
ਉਹ ਸਿਲੇਬਸ ਦੀ ਪੜ੍ਹਾਈ ਕਰਾਉਣ ਵਾਲਾ ਚੰਗਾ ਵਿਅਕਤੀ ਰੱਬੀ ਪਿਆਰਾ ਮਿਲ ਜਾਏ, ਬਸ ਸਾਨੂੰ ਪੂਰੇ ਮਾਣ ਦੇ ਨਾਲ 101% ਮਾਣ ਦੇ ਨਾਲ ਕਹਿ ਦੇਣਾ ਚਾਹੀਦਾ, ਜਿਹੜੇ ਸਕੂਲ ਦੇ ਵਿੱਚ ਮੈਂ ਰੋਜ਼ ਜਾਂਦਾ ਨਾ, ਤੇ ਇਹ ਸਕੂਲ ਵਰਗਾ ਤਾਂ ਪੂਰੀ ਦੁਨੀਆ 'ਚ ਸਕੂਲ ਹੈ ਹੀ ਨਹੀਂਗਾ। ਆਹ ਗੱਲ ਕਹਿ ਦੇਣੀ ਚਾਹੀਦੀ ਹੈ। ਇੱਥੇ ਐ ਨਾ ਮੰਨੋ ਵੀ ਅਸੀਂ ਕਿੱਥੇ ਗਏ, ਕਿੱਥੋਂ ਮੁੜ ਆਏ, ਵੀ ਆਹੀ ਮਕਸਦ ਆ ਨਾ। ਇੱਥੇ ਆਏ ਆ ਤਾਂ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਤੂੰ ਕੁਝ ਸਵਾਲ ਜਵਾਬ ਕਰਕੇ ਜਾ। ਅਸੀਂ ਮੰਨ ਲਵੋ ਗੱਲ ਕਿੱਥੇ ਕਰਦੇ ਸੀ, ਸਾਡੇ ਸਕੂਲ ਦਾ ਟਾਈਮ ਸੁਬਾਹ ਦਾ ਟਾਈਮ ਆ ਭਾਈ। ਇੱਥੇ ਸੁਬਾਹ ਪੜ੍ਹਾਈ ਕਰਾਈ ਜਾਂਦੀ ਹੈ ਰੋਜ਼। ਕਦੇ ਕਦੇ ਦੀਵਾਨ ਦੇ ਰੂਪ 'ਚ ਟਿਊਸ਼ਨ ਵੀ ਲੱਗ ਜਾਂਦਾ। ਮੰਨ ਲਓ ਹੁਣ ਸਕੂਲ ਦੀ ਪੜ੍ਹਾਈ 8 ਤੋਂ 3, ਚਲੋ ਮੰਨ ਲਓ 9 ਤੋਂ 2 ਹੋ ਸਕਦੀ ਆ ਰੁੱਤ ਦੇ ਮੁਤਾਬਕ, ਤੇ ਟਿਊਸ਼ਨ ਉਹ ਦੁਪਹਿਰੇ ਵੀ ਹੋ ਸਕਦਾ, ਪਿਛਲੇ ਪਹਿਰ ਵੀ ਹੋ ਸਕਦਾ, ਰਾਤ ਨੂੰ ਵੀ ਹੋ ਸਕਦਾ, ਉਹਦਾ ਟਾਈਮ ਕੋਈ ਵੀ ਹੋ ਸਕਦਾ। ਉਹ ਆਪਾਂ ਆਪਣੇ ਮੁਤਾਬਕ ਐਡਜਸਟਮੈਂਟ ਕਰਨੀ ਹੈ ਟਿਊਸ਼ਨ ਦੀ। ਹੁਣ ਆਹ ਜਿਹੜਾ ਟਾਈਮ ਆ ਸਾਡੇ ਸਕੂਲ ਦਾ ਪੱਕਾ ਵੀ ਇੰਨੇ ਤੋਂ ਇੰਨੇ ਸੁਬਾਹ ਸਾਡੀ ਕਲਾਸ ਲੱਗਦੀ ਆ, ਆਪਾਂ ਮੰਨਣਾ ਸਾਰਿਆਂ ਨੇ ਇਹ। ਉਸ ਤੋਂ ਬਾਅਦ ਕਦੇ ਕਦੇ ਰਾਤ ਨੂੰ ਟਿਊਸ਼ਨ ਵੀ ਲੱਗ ਜਾਂਦਾ ਹੈਗਾ। ਰੱਬੀ ਪਿਆਰੇ ਸਿਲੇਬਸ ਗੁਰੂ ਨਾਨਕ ਸਾਹਿਬ ਦਾ ਦੁਹਰਾ ਦਿੰਦੇ ਨੇ। ਕਦੇ ਕਦੇ ਪਿਛਲੇ ਪਹਿਰ ਵੀ ਟਿਊਸ਼ਨ ਲੱਗ ਜਾਂਦਾ, ਕਦੇ ਕਦੇ ਗੁਰੂ ਨਾਨਕ ਸਾਹਿਬ ਦੁਪਹਿਰੇ ਵੀ ਟਿਊਸ਼ਨ ਲਾ ਲੈਂਦੇ ਨੇ, ਤੇ ਕਦੇ ਕਦੇ ਗੁਰੂ ਨਾਨਕ ਸਾਹਿਬ ਹਫ਼ਤਾਵਾਰੀ 15 ਦਿਨਾਂ ਤੋਂ ਟਿਊਸ਼ਨ ਲਾ ਲੈਂਦੇ ਨੇ। ਤੇ ਉਹ ਟਿਊਸ਼ਨ ਦੀ ਟਾਈਮ ਆ ਜਿਹੜੀ ਐਡਜਸਟਮੈਂਟ ਆ ਉਹ ਬੱਚੇ ਨੇ ਕਰਨੀ ਹੁੰਦੀ ਆ। ਹੁਣ ਮੰਨ ਲਵੋ ਵੀ ਅਸੀਂ ਰੋਜ਼ ਦੀ ਕਲਾਸ ਵਿੱਚ ਪਹੁੰਚ ਗਏ, ਤੇ ਆਉਂਦੇ ਹੀ ਟੀਚਰ ਚੰਗਾ ਸੀ ਸਾਡਾ, ਸਿਲੇਬਸ ਸਾਡਾ ਬਹੁਤ ਵਧੀਆ ਸੀ। ਗੁਰੂ ਨਾਨਕ ਸਾਹਿਬ ਨੇ ਭਗਤ ਕਬੀਰ ਸਾਹਿਬ ਦਾ ਸਿਲੇਬਸ ਸਾਡੇ ਸਾਹਮਣੇ ਲਿਖ ਕੇ ਲਾ ਦਿੱਤਾ। ਆਹ ਦੇਖੋ ਬੇਟਾ, ਅੱਜ ਦਾ ਤੁਹਾਡਾ ਵਿਸ਼ਾ, ਅੱਜ ਦਾ ਤੁਹਾਡਾ ਸਿਲੇਬਸ ਆ, ਤੇ ਅੱਜ ਦਾ ਸਿਲੇਬਸ ਕੀ ਆ? ਭਗਤ ਕਬੀਰ ਸਾਹਿਬ ਜੀ ਬੋਲਦੇ ਨੇ, ਅਵਤਰ ਕਹਾਂ ਆਏ ਤੁਮ ਕੀਨਾ। ਇੱਥੇ ਤੂੰ ਕੀ ਕਰਨ ਆਇਆ ਹੈ? ਮੰਨ ਲਵੋ ਹੁਣ ਆਪਾਂ ਇਹ ਆਪਣੇ ਤੇ ਸਵਾਲ ਕੀਤਾ, ਆਪਾਂ ਗੱਲਾਂ ਕਰਦੇ ਹਾਂ, ਕੋਈ ਆਪਾਂ ਬਹੁਤੇ ਵੱਡੇ ਵਿਦਵਾਨ ਨਹੀਂ ਹਾਂ, ਕੋਈ ਲੈਕਚਰਾਰ ਨਹੀਂ, ਕੋਈ ਕਥਾਕਾਰ ਨਹੀਂ, ਕੋਈ ਰਾਗੀ ਢਾਡੀ ਨਹੀਂ, ਆਪਾਂ ਤਾਂ ਇੱਕ ਗੁਰੂ ਚਰਨਾਂ ਦੇ ਦਰਬਾਰ ਦੀ ਧੂੜ ਆ ਬਸ। ਇਉਂ ਮੰਨ ਲਵੋ, ਹੋਛੀ ਮੱਤ ਹੈ, ਥੋੜੀ ਮੱਤ ਹੈ, ਬਹੁਤੀ ਮੱਤ ਨਹੀਂ ਹੈ। ਪਰ ਜੋ ਸਿਲੇਬਸ ਮੈਨੂੰ ਬਾਬੇ ਨੇ ਦਿੱਤਾ ਨਾ, ਉਹ ਸਿਲੇਬਸ ਨੂੰ ਦੁਹਰਾਉਣਾ ਆਪਾਂ, ਉਹ ਸਿਲੇਬਸ ਨੂੰ ਆਪਾਂ ਇਦਾਂ ਸੰਗਤ ਦੇ ਸਾਹਮਣੇ ਰੱਖਣਾ ਵੀ ਆਹ ਸਿਲੇਬਸ ਆ ਭਾਈ ਆਪਣਾ। ਅੱਜ ਦਾ ਸਿਲੇਬਸ ਰਾਗ ਸੂਹੀ ਆ, ਤੇ ਭਗਤ ਕਬੀਰ ਸਾਹਿਬ ਜੀ ਨੇ ਦੇ ਦਿੱਤਾ, ਪੁੱਤ ਤੂੰ ਇੱਥੇ ਕੀ ਕਰਨਾ ਆ? ਇਹ ਟੀਚਰ ਬੋਲ ਪਿਆ। ਹੁਣ ਅਸੀਂ ਆਪਣੀ ਮੱਤ ਮੁਤਾਬਕ ਜਵਾਬ ਦੇਣਾ, ਇੱਥੇ ਕੀ ਕਰਨਾ ਆ? ਸਵਾਲ ਹੋ ਗਿਆ ਸਾਂਝਾ ਸਵਾਲ ਹੋ ਗਿਆ, ਇੱਥੇ ਕੀ ਕਰਨਾ ਆ? ਹੁਣ ਜੇ ਕੋਈ ਸਾਨੂੰ ਪੁੱਛੇ ਇੱਥੇ ਕੀ ਕਰਨਾ ਆ, ਅਸੀਂ ਕਹਾਂਗੇ ਮੱਥਾ ਟੇਕਣ ਆਏ ਆ। ਭਗਤ ਕਬੀਰ ਸਾਹਿਬ ਕਹਿੰਦੇ ਗਲਤ। ਹੁਣ ਸਵਾਲ ਕੀ ਹੈ? ਇੱਥੇ ਕੀ ਕਰਨਾ ਆ? ਤੇ ਅਸੀਂ ਕੀ ਕਹਾਂਗੇ? ਕੜਾਹ ਪ੍ਰਸ਼ਾਦ ਦੀ ਅਰਦਾਸ ਕਰਾਉਣ ਆਏ ਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸਵਾਲ ਦਾ ਜਵਾਬ ਗਲਤ। ਚਲੋ ਬੁਰਾ ਨਾ ਮਨਾਇਓ, ਮੈਨੂੰ ਲੱਗਦਾ ਵੀ ਤੁਸੀਂ ਇਸ ਗੱਲ ਤੇ ਸ਼ੱਕ ਨਾ ਕਰਿਓ। ਜੇ ਸਾਨੂੰ ਗੁਰੂ ਦੀ ਬਾਣੀ ਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਹੋ ਗਿਆ ਨਾ, ਨਾਲ ਦੀ ਨਾਲ ਸਾਡੀ ਖੁਆਰੀ ਸ਼ੁਰੂ ਆ, ਪੱਲੇ ਨਹੀਂ ਕੁਛ ਵੀ ਪੈਣਾ। ਸੁਣਨਾ ਆਪਾਂ, ਕੋਈ ਗੱਲ ਨਹੀਂ, ਜੇ ਨਹੀਂ ਉੱਤਰ ਆਇਆ ਦੁਬਾਰੇ ਦੱਸ ਦੂ, ਗੁਰੂ ਸਾਹਿਬ ਤਿਆਰ ਬਰ ਤਿਆਰ ਨੂੰ ਕਹਿੰਦੇ ਮੈਥੋਂ ਦੁਬਾਰੇ ਪੁੱਛ ਨਹੀਂ, ਕੋਈ ਗੱਲ ਨਹੀਂ, ਪਹਿਲੀ ਵਾਰ ਚ ਨਹੀਂ ਪਤਾ ਲੱਗਿਆ। ਭਗਤ ਕਬੀਰ ਸਾਹਿਬ ਜੀ ਫੇਰ ਪੁੱਛਦੇ ਨੇ, ਕਹਿੰਦੇ ਪੁੱਤ ਕੀ ਕਰਨਾ ਆ ਜੇ ਮੈਨੂੰ ਤਸੱਲੀ ਨਹੀਂ ਹੋਏਗੀ? ਅਸੀਂ ਕੀ ਕਹਿਤਾ? ਨਾਲ ਹੋਰ ਗੱਲ ਐਡ ਕਰ ਲਓ, ਅਸੀਂ ਕਹਿਤਾ ਜਿਸ ਤਾਂ ਸੇਵਾ ਕਰਨਾ ਹੈ। ਮੰਨ ਲਵੋ ਵੀ 3 ਆਪਸ਼ਨਾਂ ਦੇਤੀਆਂ ਅਸੀਂ, ਮੱਥਾ ਟੇਕਣ ਆਏ ਆ, ਦੇਗ ਕਰਾਉਣ ਆਏ ਆ, ਅਰਦਾਸ ਕਰਾਉਣ ਆਏ ਆ, ਜਾਂ ਸੇਵਾ ਕਰਾਉਣ ਆਏ ਆ, ਜਾਂ ਕਰਨ ਆਏ ਆ। ਦੇਖੋ, ਨਾ ਹੀ ਤਾਂ ਮੱਥਾ ਟੇਕਣਾ ਮਾੜਾ, ਇਹ ਗੱਲ ਨਾ ਲੈ ਲਓ ਵੀ ਮੱਥਾ ਟੇਕਣਾ ਮਾੜਾ, ਨਾ ਹੀ ਇਹ ਮੰਨਣਾ ਵੀ ਅਰਦਾਸ ਕਰਾਉਣੀ ਮਾੜੀ ਆ, ਮੰਨਣਾ ਨਹੀਂ ਹੈ। ਪਰ ਜਿਹੜੀ ਗੱਲ ਦਾ ਉਹ ਜਵਾਬ ਮੰਗਦੇ ਨੇ, ਆਪਾਂ ਉੱਥੋਂ ਤੱਕ ਨਹੀਂ ਪਹੁੰਚੇਗੇ। ਤੀਜੀ ਗੱਲ, ਸੇਵਾ ਕਰਨੀ ਕਰਾਉਣੀ ਕੋਈ ਮਾੜੀ ਨਹੀਂ, ਜ਼ਰੂਰ ਕਰਨੀ ਚਾਹੀਦੀ ਆ, ਦੱਬ ਕੇ ਸੇਵਾ ਕਰਨੀ ਚਾਹੀਦੀ ਆ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਤਸੱਲੀ ਨਹੀਂ ਹੋਈ, ਮੇਰੀ ਤਸੱਲੀ ਕਰਾ ਪੁੱਤ, ਤੂੰ ਇੱਥੇ ਕੀ ਕਰਨਾ ਆ?
ਅਸੀਂ ਹੁਣ ਉਹ ਸਵਾਲ ਨੂੰ ਸਮਝ ਨਹੀਂ ਸਕੇ। ਪਹਿਲਾਂ ਸਿਆਣਿਆਂ ਦੀ ਮੱਤ ਆ, ਕਹਿੰਦੇ ਉੱਤਰ ਦੇਣ ਤੋਂ ਪਹਿਲਾਂ ਸਵਾਲ ਨੂੰ ਧਿਆਨ ਦੇ ਨਾਲ ਸੁਣ ਲੈਣਾ ਚਾਹੀਦਾ। ਕਹਿੰਦੇ ਸਵਾਲ ਦਾ ਜਵਾਬ ਸਵਾਲ ਦੇ ਵਿੱਚੋਂ ਹੀ ਹੁੰਦਾ ਗਾ। ਹੁਣ ਜਦੋਂ ਤੀਜੀ ਚੌਥੀ ਵਾਰ ਭਗਤ ਜੀ ਬੋਲਣ ਤੂੰ ਇੱਥੇ ਕੀ ਕਰਨ ਆਇਆ, ਫਿਰ ਅਸੀਂ ਜੇ ਸਮਝ ਗਏ ਵੀ ਯਾਰ ਸਾਡੀ ਅਜੇ ਤੱਕ ਗੱਲ ਕਲੀਅਰ ਨਹੀਂ ਹੋਏਗੀ, ਫਿਰ ਅਸੀਂ ਆਹ ਬਾਉਂਡਰੀ ਦੇ ਵਿੱਚੋਂ ਇਸ ਕਲਾਸ ਦੇ ਵਿੱਚੋਂ ਨਾ ਆਪਣੀ ਸੁਰਤ ਨੂੰ ਬਾਹਰ ਲੈ ਜਾਾਂਗੇ ਵੀ ਹੁਣ ਭਗਤ ਜੀ ਇੱਥੇ ਨਹੀਂ ਪੁੱਛਦੇ ਵੀ ਇੱਥੇ ਕੀ ਕਰਨ ਆਇਆ ਤੂੰ, ਵੀ ਇੱਥੇ ਕੈਂਪ 'ਚ ਆ ਗਏ ਜਾਂ ਕਲਾਸ ਦੇ ਵਿੱਚ ਆ ਗਿਆ ਜਾਂ ਮੱਥਾ ਟੇਕਣ ਆ ਗਿਆ ਜਾਂ ਅਰਦਾਸ ਕਰਾਉਣ ਜਾਂ ਕੁਝ ਵੀ ਕਰਨ ਆ ਗਿਆ, ਇੱਥੇ ਹੀ ਕਰਨਾ ਆ। ਉਹ ਪੂਰੇ ਵਰਲਡ ਦੀ ਇਸ ਕਿਰਿਆ ਕਰਮ ਨੂੰ ਵੇਖਦਿਆਂ ਹੋਇਆਂ ਸਾਡੇ ਤੋਂ ਪੁੱਛਦੇ ਨੇ ਵੀ ਆਹ ਧਰਤੀ ਤੇ ਕੀ ਕਰਨ ਆਏ ਆ। ਉਹਨਾਂ ਨੇ ਆਹ ਚਾਰ ਦੀਵਾਰੀ ਦੇ ਅੰਦਰ ਦੀ ਗੱਲ ਨਹੀਂ ਕੀਤੀ। ਇਸੇ ਕਰਕੇ ਸਾਡਾ ਸਵਾਲ ਗਲਤ ਜਾਈ ਗਿਆ। ਇੱਥੇ ਧਰਤੀ ਤੇ ਕੀ ਕਰਨ ਆਏ ਆ। ਫਿਰ ਆਪਾਂ ਪੰਕਤੀ ਪੜੋ, ਅਵਤਰ ਆਏ ਕਹਾਂ ਤੁਮ ਕੀਨਾ। ਇਸ ਧਰਤੀ ਤੇ ਅਵਤਾਰ ਧਾਰਨ ਕੀਤਾ ਤੈਂ। ਸਾਨੂੰ ਕਿਹਾ ਗੁਰੂ ਸਾਹਿਬ ਨੇ ਅਵਤਾਰ ਧਾਰਨ ਕੀਤਾ, ਤੂੰ ਆਇਆ ਜਨਮਿਆ ਇੱਥੇ, ਪਰ ਆਇਆ ਕੀ ਕਰਨਾ। ਹੁਣ ਅਸੀਂ ਗੁਰੂ ਨਾਨਕ ਸਾਹਿਬ ਦੇ ਪੱਕੇ ਵਿਦਿਆਰਥੀ ਆ। ਪੱਕੇ ਵਿਦਿਆਰਥੀ ਤੋਂ ਭਾਵ ਰੋਜ਼ਾਨਾ ਦੇ ਨੇਮ ਚ ਆਉਣ ਵਾਲੇ, ਕਦੇ ਕਦੇ ਆਉਣ ਵਾਲੇ ਨਹੀਂ। ਸਕੂਲ ਦੇ ਵਿੱਚ ਵੀ ਨਾ ਇੱਕ ਲਿਸਟ ਲੱਗੀ ਹੁੰਦੀ ਵੀ ਇੰਨੀਆਂ ਹਾਜ਼ਰੀਆਂ ਤੋਂ ਵੱਧ ਗੈਰ ਹਾਜ਼ਰੀਆਂ ਹੋ ਗਈਆਂ ਨਾ, ਇੰਨੀਆਂ ਗੈਰ ਹਾਜ਼ਰੀਆਂ ਤੋਂ ਵੱਧ ਗੈਰ ਹਾਜ਼ਰੀਆਂ ਹੋ ਗਈਆਂ ਤਾਂ ਚਾਂਸ ਨੇ ਤੇਰਾ ਨਾਂ ਕੱਟਿਆ ਜਾਊਗਾ। 2 4 5 7 ਸਕੂਲ ਦੇ ਕਿਰਿਆ ਕਰਮ ਨਿਯਮ ਮੁਤਾਬਕ ਮਿੱਥੀ ਹੁੰਦੀ ਵੀ ਇੰਨੀਆਂ ਕਿ ਤੂੰ ਗੈਰ ਹਾਜ਼ਰੀਆਂ ਛੁੱਟੀਆਂ ਲੈ ਸਕਦਾਗਾ, ਤੇ ਸਾਡੀਆਂ ਗੈਰ ਹਾਜ਼ਰੀਆਂ ਤਾਂ ਬਹੁਤ ਨੇ, ਅੰਦਾਜ਼ਾ ਲਾ ਕੇ ਦੇਖੋ। ਚਲੋ ਇਹ ਤਾਂ ਸਾਡਾ ਗੁਰੂ ਚੰਗਾ ਜਿਹੜਾ ਸਾਡਾ ਨਾਂ ਨਹੀਂ ਕੱਟਦਾ, ਗੈਰ ਹਾਜ਼ਰ ਹੋਣ ਦੇ ਬਾਵਜੂਦ ਵੀ ਸਾਡਾ ਨਾਮ ਨਹੀਂ ਕੱਟਦਾ। ਹੁਣ ਇੱਥੇ ਭਗਤ ਜੀ ਕਹਿੰਦੇ ਫਿਰ ਤੂੰ ਕੀ ਕਰਨ ਆਇਆ। ਫਿਰ ਅੱਗੇ ਅਸੀਂ ਸੀ ਗੁਰੂ ਸਾਹਿਬ ਦੇ ਪੱਕੇ ਵਿਦਿਆਰਥੀ, ਸਿਆਣੇ ਵਿਦਿਆਰਥੀ, ਸਮਝਦਾਰ ਵਿਦਿਆਰਥੀ। ਅਸੀਂ ਨਾਲ ਦੀ ਨਾਲ ਉੱਤਰ ਦੇ ਦਿੱਤਾ। ਕਿਹੜਾ ਸਾਡੇ ਧਿਆਨ ਚ ਆ ਗਿਆ, ਪ੍ਰਾਣੀ ਤੂੰ ਆਇਆ ਲਾਹਾ ਲੈਣ। ਅਸੀਂ ਜਵਾਬ ਦੇ ਦਿੱਤਾ ਜੀ ਅਸੀਂ ਇਸ ਧਰਤੀ ਤੇ ਲਾਹਾ ਖੱਟਣ ਆਏ ਆ, ਇਸ ਧਰਤੀ ਤੇ ਲਾਹਾ ਖੱਟਣ ਆਏ ਆ। ਅਸੀਂ ਜਵਾਬ ਦੇ ਦਿੱਤਾ। ਭਗਤ ਕਬੀਰ ਸਾਹਿਬ ਜੀ ਹੱਸ ਪਏ, ਮੁਸਕਰਾ ਪਏ, ਕਿਉਂਕਿ ਬਾਬਾ ਕਬੀਰ ਸਾਹਿਬ ਜੀ ਅੱਜ ਦੇ ਟੀਚਰ ਆ ਨਾ ਸਾਡੇ। ਅੱਜ ਉਹਨਾਂ ਨੇ ਸਿਲੇਬਸ ਗੁਰੂ ਨਾਨਕ ਸਾਹਿਬ ਨੇ ਬਦਲਤਾ। ਕੱਲ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਪਹੁੰਚੇ ਸਾਡੀ ਕਲਾਸ 'ਚ, ਉਦੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਆਏ ਸੀ, ਉਦੋਂ ਪਹਿਲਾਂ ਪੰਜਵੇਂ ਪਾਤਸ਼ਾਹ ਸਾਡੀ ਕਲਾਸ 'ਚ ਆਉਂਦੇ ਸੀ ਰੋਜ਼। ਅੱਜ ਕਬੀਰ ਸਾਹਿਬ ਜੀ ਆ ਗਏ। ਤਥਾ ਬਾਣੀ ਭਗਤਾਂ ਕੀ, ਹੋਰ ਭਗਤ ਸਾਹਿਬਾਨ ਵੀ ਟੀਚਰ ਦੇ ਰੂਪ 'ਚ ਪਹੁੰਚਣਗੇ। ਹੁਣ ਜਦੋਂ ਭਗਤ ਜੀ ਨੂੰ ਅਸੀਂ ਦੱਸਤਾ ਵੀ ਅਸੀਂ ਤਾਂ ਲਾਹਾ ਖੱਟਣ ਆਏ ਆ, ਭਗਤ ਕਬੀਰ ਸਾਹਿਬ ਜੀ ਹੱਸ ਪਏ ਤੇ ਹੱਸ ਕੇ ਕਹਿੰਦੇ ਪੁੱਤ ਲਾਹਾ ਕਿਹੜਾ ਖੱਟੇਗਾ ਤੂੰ। ਹੁਣ ਦੇਖੋ, ਇੱਕ ਤਾਂ ਉਹ ਸਵਾਲ ਹੁੰਦਾ ਜਿਹੜਾ ਲਿਖਤੀ ਰੂਪ 'ਚ ਸਾਨੂੰ ਦੱਸਿਆ ਜਾਂਦਾ ਵੀ ਆਹ ਸਵਾਲ ਤੈਨੂੰ ਪੁੱਛਣੇ ਆ। ਹੁਣ ਪੇਪਰ ਚੱਲੀ ਜਾਂਦਾ ਬੱਚਿਆਂ ਦੀ, ਪਹਿਲਾਂ ਤਿਆਰੀ ਕਰਵਾਏਗੀ, ਪਹਿਲਾਂ ਤੁਹਾਨੂੰ ਭਾਈ ਆਹ ਸਵਾਲ ਆਉਣਗੇ। ਹੁਣ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿਲੇਬਸ ਆ ਇਹਦੇ 'ਚ ਪਹਿਲਾਂ ਪ੍ਰਸ਼ਨ ਨਹੀਂ ਦੱਸਿਆ ਜਾਂਦਾ ਵੀ ਤੈਨੂੰ ਕਿਹੜਾ ਆਊਗਾ। ਇਹਦੇ ਤਾਂ ਮੌਕੇ ਤੇ ਪ੍ਰਸ਼ਨ ਕੀਤਾ ਜਾਊ, ਜਵਾਬ ਤੁਰੰਤ ਹੀ ਦੇਣਾਗਾ। ਹੁਣ ਦੂਜਾ ਸਵਾਲ ਕੀ ਕਰਤਾ ਭਗਤ ਜੀ, ਕਹਿੰਦੇ ਫਿਰ ਲਾਹਾ ਕਿਹੜਾ ਖੱਟੇਗਾ ਤੂੰ, ਲਾਹਾ ਕਿਹੜਾ ਖੱਟੇਗਾ। ਹੁਣ ਜਦੋਂ ਕਹਿੰਦਾ ਵੀ ਲਾਹਾ ਕਿਹੜਾ ਖੱਟੇਗਾ ਤੇ ਸ਼ਾਇਦ ਮੁਆਫ ਕਰਨਾ ਮੈਂ ਆਪਣੇ ਤੇ ਗੱਲ ਲਾਵਾਂ ਵੀ ਮੈਂ ਜਵਾਬ ਨਹੀਂ ਦੇ ਸਕੂੰਗਾ, ਮੈਂ ਇੱਥੇ ਚੁੱਪ ਕਰ ਜੂ ਵੀ ਲਾਹਾ ਕਿਹੜਾ ਖੱਟ ਗਈ ਯਾਰ। ਮੈਂ ਤਾਂ ਸੁਣਿਆ ਸੀ ਕਿ ਗੁਰਦੁਆਰੇ ਅਨਾਉਂਸਮੈਂਟ ਹੋਈ ਸੀ, ਬੁਰਾ ਨਾ ਮਨਾਇਓ, ਸਾਡੀ ਗੁਰਮਤਿ ਦੀ ਕਲਾਸ 'ਚ ਅਨਾਉਂਸਮੈਂਟ ਹੋਈ ਸੀ ਕਿਹੜੀ, ਆਓ ਭਾਈ ਆਪਣੇ ਵੱਲੋਂ ਤੁਸੀਂ ਦਸਵੰਧ ਦੇ ਕੇ ਲਾਹਾ ਪ੍ਰਾਪਤ ਕਰੋ। ਮੈਂ ਸ਼ਾਇਦ ਉਹਦਾ ਜਵਾਬ ਦੇ ਦਾਂ, ਸ਼ਾਇਦ ਮੈਂ ਜਵਾਬ ਦੇ ਦੇਵਾਂ ਆਓ ਭਾਈ ਗੁਰੂ ਕਾ ਲੰਗਰ ਤਿਆਰ ਕਰਨਾ, ਨਹੀਂ ਤਾਂ ਲੰਗਰ ਦੇ ਵਿੱਚ ਆਪਣਾ ਯੋਗਦਾਨ ਪਾਓ, ਨਾ ਲੰਗਰ ਛਕ ਕੇ ਜਾਇਓ ਤੇ ਲਾਹਾ ਖੱਟ ਕੇ ਲੈ ਕੇ ਜਾਓ। ਕੋਈ ਸੇਵਾ ਦੇ ਸੰਬੰਧੀ, ਕੋਈ ਦਾਨ ਦੇ ਸੰਬੰਧੀ, ਮੰਨ ਲਓ ਥੋੜਾ ਜਿਹਾ ਪਾਸੇ ਵਗ ਜਾਓ, ਲੋਕਾਂ ਨੂੰ ਲੁੱਟਣ ਸੰਬੰਧੀ ਲਾਹਾ ਖੱਟੀ ਜਾਂਦੇ ਲੋਕ, ਰਿਸ਼ਵਤਾਂ ਲੈ ਕੇ ਲਾਹਾ ਖੱਟੀ ਜਾਂਦੇ ਆ, ਕੁਰਸੀਆਂ ਤੇ ਬੈਠਣ ਦਾ ਲਾਹਾ ਖੱਟੀ ਜਾਂਦੇ ਨੇ। ਨਹਿਰੂ ਵਾਂਗੂ ਕੌਮ ਭਾਵੇਂ ਖੂਹ ਖਾਤੇ 'ਚ ਪਵੇ ਪਰ ਮੇਰੀ ਕੁਰਸੀ ਨਹੀਂ ਜਾਣੀ ਚਾਹੀਦੀ, ਲਾਹਾ ਖੱਟ ਰਹੇ ਆ ਨਾ। ਮਤਲਬ ਕਹਿਣ ਤੋਂ ਭਾਵ ਚੋਰ ਚੋਰੀਆਂ ਕਰਕੇ ਲਾਹਾ ਖੱਟ ਰਹੇ ਨੇ, ਠੱਗ ਠੱਗੀਆਂ ਮਾਰ ਕੇ ਲਾਹਾ ਖੱਟ ਰਹੇ ਨੇ। ਵੀ ਲਾਹੇ ਦੇ ਪੁਆਇੰਟ ਸਾਡੀ ਧਰਤੀ ਤੇ ਇੱਕ ਨਹੀਂ ਅਨੇਕ ਹੀ ਨੇ। ਆਪਾਂ ਕਿਹੜੀ ਗੱਲ ਕਰਾਂਗੇ ਵੀ ਕਿਹੜਾ ਲਾਹਾ ਖੱਟਣਾ ਸੀ। ਹੁਣ ਆਪਾਂ ਪੰਜਵੇਂ ਪਾਤਸ਼ਾਹ ਨੂੰ ਪੁੱਛ ਲਈਏ,
ਕਬੀਰ ਸਾਹਿਬ ਜੀ ਜੇ ਕਲਾਸ ਦੇ ਵਿੱਚ ਆਏ ਨਾ, ਹੁਣ ਕਬੀਰ ਸਾਹਿਬ ਜੀ ਸੁਨੇਹਾ ਲੈ ਕੇ ਪਹੁੰਚੇ ਨੇ, ਟੀਚਰ ਬਣ ਕੇ ਪਹੁੰਚੇ ਨੇ, ਸਾਨੂੰ ਕੁਝ ਸਵਾਲ ਕਰਨ ਲਈ ਪਹੁੰਚੇ ਨੇ। ਹੁਣ ਜਿਹੜਾ ਟੀਚਰ ਕਲਾਸ ਤੋਂ ਬਾਹਰ ਆ, ਕਈ ਵਾਰ ਆਪਾਂ ਸਕੂਲ ਦੇ ਵਿੱਚ ਵੀ ਉਹਦੀ ਰਾਏ ਲੈ ਲੈਣੇ, ਸਰ ਜੀ ਸਾਨੂੰ ਤੁਸੀਂ ਆਹ ਗੱਲ ਦਾ ਜਵਾਬ ਦਿਓ, ਥੋੜਾ ਜਿਹਾ ਸਾਨੂੰ ਸਮਝਾਓ ਆ ਵਿਸ਼ੇ ਤੇ, ਉਹ ਸਮਝਾ ਦਿੰਦੇ ਹੁੰਦੇ ਆ, ਹਨਾ। ਹੁਣ ਆਪਾਂ ਗੁਰੂ ਅਰਜਨ ਸਾਹਿਬ ਮਹਾਰਾਜ ਕੋਲੇ ਚੱਲ ਗਏ, ਆਪਾਂ ਉਹਨਾਂ ਨੂੰ ਪੁੱਛੀਏ ਵੀ ਅਸੀਂ ਨਾ ਕੱਲ ਨੂੰ ਜਾ ਕੇ ਦੁਬਾਰਾ ਕਬੀਰ ਸਾਹਿਬ ਜੀ ਸਾਡੀ ਕਲਾਸ ਦੇ ਵਿੱਚ ਆਉਣਗੇ, ਉਹਨਾਂ ਨੇ ਸਾਥੋਂ ਆਹ ਸਵਾਲ ਪੁੱਛਣੇ ਨੇ, ਇਹਨਾਂ ਸਵਾਲਾਂ ਦਾ ਜਵਾਬ ਦੇਣਾ। ਲਾਹਾ ਕਿਸ ਚੀਜ਼ ਦਾ ਖੱਟਣਾ ਉਹਨਾਂ ਨੇ ਸਾਨੂੰ ਕੱਲ ਪੁੱਛਿਆ ਸੀ ਤੇ ਅਸੀਂ ਕੀ ਜਵਾਬ ਦਈਏ। ਚਲੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬੜੇ ਸੁਲਝੇ ਹੋਏ ਸਿਆਣੇ, ਸਾਡੀ ਸਿੱਖ ਕੌਮ ਦੇ ਮਹਾਨ ਗੁਰੂ ਨੇ। ਉਹਨਾਂ ਨੇ ਸਾਨੂੰ ਸਮਝਾਤਾ, ਕਹਿੰਦੇ ਪੁੱਤ ਬਹਿ ਜਾ, ਮੈਂ ਤੈਨੂੰ ਸਮਝਾਉਣਾ, ਦੇਖੀ ਕਿਤੇ ਮੇਰਾ ਪੁੱਤ ਫੇਲ ਨਾ ਹੋ ਜੀ। ਭਗਤ ਕਬੀਰ ਸਾਹਿਬ ਦਾ ਤਜਰਬਾ ਨਾ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਮੇਰੇ ਨਾਲੋਂ ਵੀ ਵੱਡਾ ਹੈਗਾ, ਉਹ ਮੇਰੇ ਨੂੰ ਪਹਿਲਾਂ ਦੇ ਹੋਏ ਨੇ, ਉਹਨਾਂ ਨੇ ਤਾਂ ਬੜੀਆਂ ਮੁਸ਼ਕਲਾਂ, ਬੜੀਆਂ ਮੁਸ਼ੱਕਤਾਂ, ਬੜੀਆਂ ਘਾਲੀਆਂ ਨੇ, ਉਹਨਾਂ ਦਾ ਤਜਰਬਾ ਬਹੁਤ ਵੱਡਾ, ਦੇਖੀ ਕਿਤੇ ਉਹਨਾਂ ਕੋਲੇ ਫੇਲ ਹੋ ਜੇ ਤੂੰ, ਆ ਮੈਂ ਤੈਨੂੰ ਸਮਝਾਵਾਂ, ਪਾਸ ਹੋ ਜਾਏਗਾ ਤੂੰ। ਫਿਰ ਭਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇਗੇ, ਕਹਿੰਦੇ ਕਰੂੰ ਬਨੰਤੀ ਸੁਣੋ ਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਅੱਗੇ ਕੀ ਲਿਖਿਆ, ਈਹਾਂ ਖਾਟ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ। ਜਿਹੜਾ ਲਾਹਾ ਤੂੰ ਖੱਟੇਗਾ ਨਾ ਪੁੱਤ, ਤੂੰ ਜਵਾਬ ਦੇਂਗਾ, ਇਹਦੇ ਚ ਤੂੰ ਹੋ ਜਾਏਗਾ ਫੇਲ। ਉਹ ਆਪਾਂ ਪਹਿਲਾਂ ਗਿਣ ਲੈ ਲਾਹਾ। ਹੁਣ ਜਿਹੜਾ ਲਾਹਾ ਤੈਨੂੰ ਮੈਂ ਦੱਸ ਦਾਂਗਾ, ਇਹ ਤੂੰ ਪੱਲੇ ਬੰਨ ਕੇ ਲੈ ਜੀ। ਈਹਾਂ ਖਾਟ ਇੱਥੇ, ਈਹਾਂ ਖਾਟ ਇੱਥੇ, ਉਹ ਲਾਹਾ ਖੱਟ ਆਗੇ ਵਸਨ ਸੁਹੇਲਾ। ਮੈਂ ਉਹ ਲਾਹਾ ਖੱਟਣਾ ਜਿਹੜਾ ਮੇਰਾ ਅੱਜ ਦਾ ਕੀਤਾ ਹੋਇਆ ਕੰਮ ਆਉਣ ਵਾਲੀ ਕੱਲ ਵਿੱਚ, ਆਉਣ ਵਾਲੇ ਕੱਲ ਵਿੱਚ ਮੇਰੇ ਲਈ ਮਦਦ ਕਰੇ। ਹੁਣ ਅੱਜ ਦੀ ਮਾਰੀ ਹੋਈ ਠੱਗੀ ਕੱਲ ਨੂੰ ਜੇਲ੍ਹ 'ਚ ਤਾਂ ਭਜਵਾ ਸਕਦੀ ਆ, ਪਰ ਉਹ ਸਾਡੇ ਜੀਵਨ ਨੂੰ ਸੌਖਾ ਨਹੀਂ ਬਣਾ ਸਕਦੀ। ਅੱਜ ਦੀਆਂ ਕੀਤੀਆਂ ਹੋਈਆਂ ਚੋਰੀਆਂ ਕੱਲ ਨੂੰ ਬਦਨਾਮ ਤਾਂ ਕਰਵਾ ਸਕਦੀਆਂ ਨੇ, ਪਰ ਲਾਹਾ ਖੱਟਣ ਵਾਲਾ ਪੱਖੋਂ ਸਾਡਾ ਫੇਲ ਆ। ਅੱਜ ਦਾ ਕਿਸੇ ਦਾ ਧਰਮ ਦੇ ਨਾਂ ਤੇ ਨੋਚਿਆ ਹੋਇਆ ਖੂਨ ਕੱਲ ਨੂੰ ਸਾਨੂੰ ਵਿਪਤਾ ਦੇ ਵਿੱਚ ਪਾ ਸਕਦਾ। ਬੜੇ ਆਪਣੇ ਆਪ ਨੂੰ ਕਹਾਉਣ ਵਾਲੇ ਸੰਤ, ਮਹੰਤ, ਮਹਾਂਪੁਰਖ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਇੱਕ ਤਾਂ ਗੁਰੂ ਕਹਿੰਦਾ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਉਹ ਅਨੇਕਾਂ ਭਾਈ ਤਸੀਹੇ ਚੱਲ ਰਹੇ ਨੇ, ਅੱਜ ਦੁੱਖ ਚੱਲ ਰਹੇ ਨੇ, ਉਹ ਅੱਜ ਜੇਲ੍ਹਾਂ ਦੀਆਂ ਸਲਾਂਘਾਂ ਪਿੱਛੇ ਬੈਠੇ ਨੇ। ਸੋਚ ਕੇ ਦੇਖੋ, ਜਿਨ੍ਹਾਂ ਨੇ ਕੌਮ ਦਾ ਖੂਨ ਚੂਸਿਆ, ਲਾਹਾ ਖੱਟਣ ਦੇ ਸੰਬੰਧੀ ਤੁਸੀਂ ਲਾਹਾ ਖੱਟ ਕੇ ਲਿਜਾਓ ਭਾਈ, ਲਾਹਾ ਖੱਟੋ ਆਓ। ਹੁਣ ਪੰਜਵੇਂ ਪਾਤਸ਼ਾਹ ਕਹਿੰਦੇ ਉਹ ਲਾਹਾ ਖੱਟ ਕਿਹੜਾ, ਜਿਹੜਾ ਲਾਹਾ ਖੱਟਣ ਦੇ ਨਾਲ ਆਉਣ ਵਾਲੀ ਤੇਰੀ ਕੱਲ ਸਵਰ ਜਾਵੇ। ਉਹ ਲਾਹਾ ਕਿਹੜਾ ਸੀਗਾ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਆਪਾਂ ਗੁਰਮੁਖ ਬਣ ਕੇ ਗੁਰੂ ਦੀ ਮੱਤ, ਸ਼ੁੱਧ ਗਿਆਨ, ਗੁਰੂ ਦੀ ਰਜ਼ਾ ਵਿੱਚ ਰਹਿਣਾ ਸਿੱਖਣਾਗਾ ਤੇ ਇਸੇ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਉਣਾ, ਬਸ ਇਹੀ ਲਾਹਾ ਗਾ। मतलब बहुत जन्म बिछरे थे माधो, ये जन्म तुम्हारे लिखे, वो परमात्मा दे लिखे, ये जीवन पाउणा मैं, ये जीवन परमात्मा दे लिखे। ना चोरियां, ठगियां, धोखा, बेईमानियां करके नहीं पैंदा। 1 ਤੋਂ 10 ਬਣਾਉਣੇ, 10 ਤੋਂ 100 ਬਣਾਉਣਾ, 100 ਤੋਂ 1000 ਬਣਾਉਣਾ, ਇਹਦਾ ਲਾਹਾ ਨਹੀਂ ਗਾ। ਲਾਹਾ ਕਿਸ ਗੱਲ ਦਾ, ਈਹਾਂ ਖਾਟ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ। ਫਿਰ ਲਿਖਿਆ ਔਦ ਘਟੈ ਦਿਨ ਰਹਿਣਾਰੇ, ਮਨ ਗੁਰ ਮਿਲ ਕਾਜ ਸਵਾਰੇ। ਆਪਣੇ ਮਨ ਨੂੰ ਗੁਰੂ ਨਾਲ ਮਿਲਾ ਲਾ, ਗੁਰੂ ਨਾਲ ਮਿਲਾ ਕੇ ਆਪਣੀ ਜ਼ਿੰਦਗੀ ਦੇ ਕਾਰਜ ਸਫਲ ਕਰਨੇ ਨੇ। ਤਾਂ ਤੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਨਿਜ ਘਰ ਵਿੱਚ ਤੂੰ ਪਹੁੰਚ ਜਾਵੇਂਗਾ। ਇਹ ਗੱਲ ਇੱਥੇ ਥੋੜੀ ਹੋਰ ਦੇਖੋ, ਨਿਜ ਘਰ ਤੇ ਇੱਕ ਹੁੰਦਾ ਨਿੱਜੀ ਘਰ ਆਪਣਾ, ਤੇ ਜਿਹੜਾ ਨਿੱਜੀ ਘਰ ਹੁੰਦਾ ਨਾ, ਉਸ ਘਰ ਵਿੱਚ ਬੈਠ ਕੇ ਅਸੀਂ ਲਾਹਾ ਨਹੀਂ ਖੱਟ ਸਕਦੇ ਕਿ ਖੱਟ ਲਾਂਗੇ ਆਪਣੀ ਮਤ ਮੁਤਾਬਕ। ਦੇਖੋ ਆਪਾਂ ਗੁਰੂ ਨੂੰ ਥੋੜਾ 2 ਮਿੰਟ ਪਾਸੇ ਕਰ ਦਈਏ, ਆਪਾਂ ਆਪਣੀ ਮਤ ਮੁਤਾਬਕ ਵੇਖੀਏ ਨਿੱਜ ਘਰ ਕਿਹੜਾ ਹੈਗਾ, ਜਿੱਥੇ ਸਾਡੀ ਰਿਹਾਇਸ਼ ਆ ਪੱਕੀ, ਵੀ ਆ ਸਾਡਾ ਘਰ ਹੈਗਾ, ਮੇਰਾ ਘਰ
ਇੱਥੇ ਰਹਿਣਾ ਮੈਂ। ਅੱਛਾ, ਉਹ ਨਿੱਜ ਘਰ ਦੇ ਵਿੱਚ ਬੈਠ ਕੇ ਲਾਹਾ ਨਹੀਂ ਖੱਟਿਆ ਜਾਂਦਾ। ਆਪਣੀ ਆਮ ਹੀ ਕਹਾਵਤ ਆ, ਘਰੋਂ ਬਾਹਰ ਨਿਕਲ ਕੇ ਕੁਛ ਬਣਦਾ ਬੰਦਾ, ਤੇ ਘਰੇ ਰਹਿ ਕੇ ਕੁਛ ਨਹੀਂ ਬਣਦਾਗਾ। ਪਰ ਇਹ ਵੀ ਗੱਲ ਨਾਲ ਆ, ਘਰ ਤੋਂ ਬਿਨਾ ਵੀ ਨਹੀਂ ਸਰਦਾ। ਇਹ ਵੀ ਗੱਲ ਨਾਲ ਨਹੀਂ ਹੈ ਵੀ ਆਪਾਂ ਘਰ ਤੋਂ ਬਿਨਾ ਸਾਰ ਲਾਂਗੇ, ਘਰ ਨੂੰ ਛੱਡ ਜਾਵਾਂਗੇ, ਨਾ, ਫਿਰ ਵੀ ਨਹੀਂ ਗੱਲ ਬਣਨੀ। ਹੁਣ ਇੱਥੇ ਪੱਖ ਬਣ ਗਏ ਦੋ। ਨਿੱਜ ਘਰ ਦੇ ਵਿੱਚ ਰਹਿ ਕੇ ਲਾਹਾ ਨਹੀਂ ਖੱਟਿਆ ਜਾਂਦਾ, ਲਾਹਾ ਖੱਟਿਆ ਜਾਂਦਾ ਦੁਨੀਆ 'ਚ ਆ ਕੇ। ਲਾਹਾ ਖੱਟਿਆ ਜਾਂਦਾ ਦੁਨੀਆ 'ਚ ਆ ਕੇ, ਤੇ ਦੁਨੀਆ ਇਹ ਨਿੱਜ ਘਰ ਨਹੀਂ ਹੈ। ਨਿੱਜ ਘਰ ਸਾਡਾ ਹੋਰ ਆ ਤੇ ਦੁਨੀਆ ਦਾ ਘਰ ਹੋਰ ਆ। ਜਿੱਥੇ ਲਾਹਾ ਖੱਟਣਾ ਉਹ ਘਰ ਹੋਰ ਆ, ਤੇ ਜਿੱਥੋਂ ਲਾਹਾ ਖੱਟ ਕੇ ਆਪਣੇ ਨਿੱਜ ਘਰ ਦੇ ਵਿੱਚ ਪਹੁੰਚਣਾ ਉਹ ਨਿੱਜ ਘਰ ਹੋਰ ਆ। ਇਹ ਆਪਣੀ ਦੁਨਿਆਵੀ ਉਦਾਹਰਨ ਆ ਵੀ ਘਰ ਦੇ ਵਿੱਚ ਰਹਿ ਕੇ ਖੇਤੀ ਨਹੀਂ ਹੁੰਦੀ, ਘਰ ਦੇ ਵਿੱਚ ਰਹਿ ਕੇ ਦੁਕਾਨਦਾਰੀ ਨਹੀਂ ਹੁੰਦੀ, ਘਰ ਦੇ ਵਿੱਚ ਰਹਿ ਕੇ ਵਪਾਰੀ ਪਣ ਨਹੀਂ ਹੁੰਦਾਗਾ, ਘਰ ਵਿੱਚ ਰਹਿ ਕੇ ਸਰਕਾਰੀ ਗੈਰ ਸਰਕਾਰੀ ਡਿਊਟੀ ਨਹੀਂ ਕੀਤੀ ਜਾਂਦੀ। ਘਰ ਵਿੱਚ ਰਹਿ ਕੇ ਘਰ ਤੋਂ ਬਾਹਰ ਜਾਣਾ ਪਊਗਾ, ਤੇ ਬਾਹਰੋਂ ਲਾਹਾ ਖੱਟ ਕੇ ਦੁਨਿਆਵੀ ਤਲ ਤੇ ਕਮਾਈ ਕਰਕੇ ਫੇਰ ਘਰ ਦੇ ਵਿੱਚ ਪਹੁੰਚਣਾ ਪਊਗਾ। ਇਵੇਂ ਜਿਵੇਂ ਸਾਡਾ ਨਿੱਜ ਘਰ ਕਿਤੇ ਹੈ, ਆਏ ਆਪਾਂ ਲਾਹਾ ਖੱਟਣ, ਜਾਣਾਗਾ ਆਪਾਂ ਨਿੱਜ ਘਰ ਦੇ ਵਿੱਚ, ਜਾਣਾਗਾ ਆਪਾਂ ਨਿੱਜ ਘਰ ਦੇ ਵਿੱਚ। ਰੋਜ਼ਾਨਾ ਗੁਰੂ ਸਾਹਿਬ ਜੀ ਸਾਨੂੰ ਸ਼ਾਮ ਨੂੰ ਸੋਹਿਲਾ ਸਾਹਿਬ ਦੀ ਲਾਸਟ ਵਾਲੇ ਸ਼ਬਦ ਵਿੱਚ ਇਹ ਗੱਲ ਕਹਿੰਦੇ ਨੇ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ। ਫਿਰ ਅੱਗੇ ਕੀ ਲਿਖਿਆ, ਬਹੁਰ ਨਾ ਹੋਏਗੋ ਫੇਰਾ। ਤੇ ਜਿਨ੍ਹਾਂ ਦਾ ਨਿੱਜ ਘਰ ਨਾ ਹੋਵੇ ਉਹ ਗੇੜੇ ਖਾਂਦੇ ਰਹਿੰਦੇ ਨੇ। ਆਪਣੇ ਪਿੰਡਾਂ 'ਚ ਆਪਾਂ ਵੇਖਦੇ ਆ ਨਾ, ਗੱਡੀਆਂ ਵਾਲੇ ਆਉਂਦੇ ਨੇ, ਉਹਨਾਂ ਦਾ ਆਪਣਾ ਨਿੱਜੀ ਘਰ ਨਹੀਂ ਹੁੰਦਾ। ਚਲੋ ਉਹ ਉਹਨਾਂ ਦੀ ਮਾਤਾ ਵੀ ਕਿਉਂ ਨਹੀਂ ਬਣਾਉਂਦੇ, ਵਿੱਚ ਬਣਾਉਣ ਵੀ ਲੱਗ ਗਏ। ਇੱਕ ਪਿੰਡ ਚੋਂ ਦੂਜੇ, ਦੂਜੇ ਚੋਂ ਤੀਜੇ, ਤੀਜੇ ਚ ਚੌਥੇ, ਚੌਥੇ ਤੋਂ ਪੰਜਵੇਂ। ਉਹ ਇਦਾਂ ਹੀ ਨਿੱਜ ਘਰ ਨਾ ਹੋਣ ਕਰਕੇ, ਆਪਣਾ ਘਰ ਨਾ ਹੋਣ ਕਰਕੇ ਉਹ ਗੇੜੇ ਖਾਂਦੇ ਰਹਿੰਦੇ ਨੇ। ਤੇ ਜਿਨ੍ਹਾਂ ਦਾ ਨਿੱਜ ਘਰ ਨਾ ਹੋਵੇ ਉਹ ਵੀ ਭਾਈ ਗੇੜੇ ਖਾਂਦੇ ਰਹਿੰਦੇ ਨੇ। ਜਿਨ੍ਹਾਂ ਦਾ ਗੁਰੂ ਰੂਪੀ ਅਸਲੀ ਸਥਾਨ ਨਾ ਹੋਵੇ, ਤੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਪਾਵਨ ਬਾਣੀ ਨੂੰ ਛੱਡ ਦਈਏ, ਨਿੱਜ ਘਰ ਨਾਲੋਂ ਆਪਣਾ ਨਾਤਾ ਤੋੜ ਲਈਏ, ਤੇ ਸੱਚ ਜਾਣੋ ਅਸੀਂ ਵੀ ਇਵੇਂ ਭਟਕਾਂਗੇ, ਸਾਨੂੰ ਕਿਤੇ ਥਾਂ ਨਹੀਂ ਮਿਲਣੀ। ਜੋ ਰੋਜ਼ ਨਵੀਆਂ ਦੁਕਾਨਾਂ ਤੇ ਜਾਣਾ ਪਿਆ। ਗੁਰੂ ਜਿੱਥੇ ਕੁਛ ਮਿਲਿਆ ਨਹੀਂ ਅਗਲੀ ਤੇ ਬਾਅਦ ਚੱਲ, ਅਗਲੀ ਤੇ ਨਹੀਂ ਕੁਛ ਮਿਲਿਆ ਉਦੋਂ ਅਗਲੀ ਤੇ ਬਾਅਦ ਚੱਲ, ਉਦੋਂ ਅਗਲੀ ਤੇ ਨਹੀਂ ਕੁਛ ਮਿਲਿਆ ਉਦੋਂ ਅਗਲੀ ਤੇ ਬਾਅਦ ਚੱਲ। ਜਿਹੜਾ ਆਗਾ ਇਹ ਨਿੱਜ ਘਰ ਆ ਸਾਡਾ। ਇਹ ਨਿੱਜ ਘਰ ਨੇ ਸਾਨੂੰ ਅੰਦਰ ਟਿਕਾ ਦੇਣਾ। ਥਿਰ ਘਰ ਵੈਸੋ ਹਰ ਜਨ ਪਿਆਰੇ। ਉਸ ਘਰ ਵਿੱਚ ਟਿਕਾ ਦੇਣਾ ਜਿਸ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਸਾਡਾ ਜੀਵਨ ਸਫਲ ਹੋ ਜਾਵੇ, ਤੇ ਲਾਹਾ ਆਪਾਂ ਬਾਹਰ ਜਾ ਕੇ ਖੱਟਣਾਗਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਫਿਰ ਤੂੰ ਭਾਈ ਇਹਾਂ ਖਾਟ ਚਲੋ ਹਰ ਲਾਹਾ, ਆਗੇ ਵਸਨ ਸੁਹੇਲਾ। ਔਦ ਘਟਾਏ ਦਿਨ ਸ ਰਹਿਣਾਰੇ, ਮਨ ਗੁਰ ਮਿਲ ਕਾਜ ਸਵਾਰੇ। ਆਪਣਾ ਮਨ ਗੁਰੂ ਨਾਲ ਮਿਲਾ ਕੇ, ਆ ਅਸਲੀ ਲਾਹਾ ਗਾ, ਮਨ ਨੂੰ ਗੁਰੂ ਨਾਲ ਮਿਲਾਉਣਾ। ਆਪਣਾ ਮਨ ਗੁਰੂ ਨਾਲ ਮਿਲਾ ਕੇ ਤੇ ਲਾਹਾ ਖੱਟਣਾਗਾ। ਤਨ ਨੂੰ ਗੁਰੂ ਨਾਲ ਮਿਲਾ ਕੇ ਲਾਹਾ ਨਹੀਂ ਖੱਟਣਾ। ਜਿਨ੍ਹਾਂ ਨੇ ਗੁਰੂ ਨਾਲ ਤਨ ਮਿਲਾ ਕੇ ਲਾਹਾ ਖੱਟਿਆ ਉਹ ਦੁਨਿਆਵੀ ਤਲ ਤੇ ਉਲਝੇ ਰਹਿ ਗਏ। ਉਹ ਪਹਿਲਾਂ ਆਪਾਂ ਜ਼ਿਕਰ ਕਰ ਲਿਆ, ਉਹਨੂੰ ਆਪਾਂ ਗੱਲ ਨੂੰ ਹੋਰ ਲੰਮੀ ਕਰ ਲਿਓ, ਜਿੰਨੀ ਮਰਜ਼ੀ ਵਧਾ ਲਿਓ, ਉਹ ਤੁਹਾਡੇ ਕੋਲ ਆਪਸ਼ਨ ਹੈ, ਜਿੰਨੀ ਮਰਜ਼ੀ ਵੱਡੀ ਕਰ ਲਿਓ। ਜਿਨ੍ਹਾਂ ਨੇ ਸਰੀਰ ਮਿਲਾਇਆ, ਜਿਨ੍ਹਾਂ ਨੇ ਮਨ ਮਿਲਾ ਲਿਆ, ਦਿਮਾਗ ਮਿਲਾ ਲਿਆ, ਉਹ ਤਰ ਗਏ। ਉਹ ਤਰ ਗਏ ਨਾ। ਸੋਹਿਲਾ ਸਾਹਿਬ ਦੀ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਜ਼ਿਕਰ ਕਰ ਦਿੱਤਾ, ਮਨ ਗੁਰ ਮਿਲ ਕਾਜ ਸਵਾਰੇ। ਆਪਣੇ ਮਨ ਨੂੰ ਗੁਰੂ ਨਾਲ ਮਿਲਾ ਲਾ। ਹੁਣ ਭਗਤ ਕਬੀਰ ਸਾਹਿਬ ਨੇ ਕਿਹਾ ਸੀ ਲਾਹਾ ਫਿਰ ਕਾਹਦਾ ਖੱਟੇਗਾ, ਦੁਨਿਆਵੀ ਤਲ ਤੇ ਇੱਥੇ ਆ ਕੇ ਨਾ, ਦੁਨਿਆਵੀ ਤਲ ਤੇ ਵਪਾਰ ਕਰਕੇ ਨਾ, ਚੋਰੀਆਂ ਕਰਕੇ ਨਾ। ਹੁਣ ਆਪਾਂ ਨਾ ਦਾ ਜਵਾਬ ਦੇਣ ਲੱਗ ਗਏ। ਦੁਨਿਆਵੀ ਤਲ ਤੇ ਕੋਈ ਪਖੰਡ ਕਰਕੇ, ਕਬੀਰ ਸਾਹਿਬ ਕਹਿੰਦੇ ਅਸੀਂ ਕਹਾਂਗੇ ਨਾ। ਕਿਵੇਂ ਖੱਟੇਗਾ ਲਾਹਾ? ਆਪਣਾ ਮਨ ਸ਼ਬਦ ਗੁਰੂ ਨਾਲ ਮਿਲਾ ਕੇ। ਮਤਲਬ ਭਗਤ ਕਬੀਰ ਸਾਹਿਬ ਜੀ ਨੂੰ ਕਹਾਂਗੇ ਆਪਣਾ ਮਨ ਅਸੀਂ ਧੁਰਕੀ ਬਾਣੀ ਨਾਲ ਮਿਲਾ ਕੇ, ਉਹ ਧੁਰਕੀ ਬਾਣੀ ਦੇ ਵਿਚਾਰਾਂ ਨੂੰ ਆਪਣੇ ਮਨ ਦੇ ਨਾਲ ਮੇਲ ਕੇ ਅਸੀਂ ਫਿਰ ਸਰੀਰ ਨੂੰ, ਆਪਣੀ ਜ਼ਿੰਦਗੀ ਨੂੰ, ਸਮਾਜ ਨੂੰ ਕਹਿ ਲਓ ਚੰਗਾ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਆਹ ਸਾਡਾ ਸੱਚਾ ਲਾਹਾ। ਖੇਤ ਵਿੱਚ ਸਾਡਾ ਸੱਚਾ ਲਾਹਾ ਕੀ ਹੈ? ਫਸਲ ਦੀ ਸੰਭਾਲ ਕਰਨੀ, ਗੋਡੀ ਕਰਨੀ ਸਮੇਂ ਸਿਰ, ਰੇਹ ਕੂੜਾ ਪਾਉਣਾ ਸਮੇਂ ਸਿਰ। ਕੋਈ ਵੇਦ ਪੈ ਗਿਆ, ਤੇਲਾ ਪੈ ਗਿਆ, ਸੁੰਡੀ ਪੈ ਗਈ, ਉਹਦੀ ਦੇਖ ਰੇਖ ਕਰਕੇ ਮੌਕੇ ਤੇ ਕੰਟਰੋਲ ਕਰਨਾ, ਦਵਾਈ ਕਰਨੀ। ਇਹ ਸੱਚਾ ਲਾਹਾ ਖੇਤ ਦਾ। ਬਾਗ ਵਿੱਚ ਮਾਲੀ ਆ, ਸੱਚਾ ਲਾਹਾ ਕੀ? ਉਹਨੇ ਆਪਣੇ ਪੌਦਿਆਂ ਦੀ, ਬੂਟਿਆਂ ਦੀ ਨਿਗਰਾਨੀ ਰੱਖਣੀ, ਤਾਂ ਫਲ ਮਿਲੂ।
ਜੇ ਉਹਨੇ ਫਲ ਦੀ ਨਿਗਰਾਨੀ ਨਾ ਰੱਖੀ ਨਾ, ਬੂਟਿਆਂ ਦੀ ਪੌਦਿਆਂ ਦੀ ਨਿਗਰਾਨੀ ਨਹੀਂ ਰੱਖੀ ਤਾਂ ਫਲ ਨਹੀਂ ਮਿਲਦਾ। ਕੋਈ ਡੰਗਰ ਸਾਂਭਣ ਵਾਲਾ ਪਸ਼ੂਆਂ ਦੀ ਸੁੱਧ ਭਾਵਨਾ ਦੇ ਨਾਲ ਨਿਗਰਾਨੀ ਰੱਖਦਾ, 24 ਘੰਟੇ ਜਿਵੇਂ ਆਪਾਂ ਆਮ ਹੀ ਕਹਾਵਤ ਕਹਿੰਦੇ ਨੇ ਵੀ ਪਸ਼ੂਆਂ ਦੇ ਮੂੰਹ 'ਚ ਹੱਥ ਰੱਖਦਾ ਗਾ, ਖੀਰ ਦੁੱਧ ਦੀ ਬਾਲਟੀ ਮਿਲੂਗੀ, ਨਹੀਂ ਤਾਂ ਮੁਸ਼ਕਲ ਆ। ਤੇ ਸਾਡਾ ਸੱਚਾ ਲਾਹਾ ਮਨ ਨੂੰ ਗੁਰੂ ਦੇ ਵਿਚਾਰਾਂ ਨਾਲ ਮਿਲਾਉਣਾ ਗਾ। ਇਉਂ ਕਹਿ ਲੋ, ਮਨ ਰੂਪੀ ਹੱਥ ਨੂੰ ਗੁਰੂ ਰੂਪੀ ਮੂੰਹ ਦੇ ਵਿੱਚ ਰੱਖਣਾ ਪਊ 24 ਘੰਟੇ, ਫਿਰ ਅਸੀਂ ਸੱਚਾ ਲਾਹਾ ਖੱਟ ਸਕਦੇ ਹਾਂ, ਤੇ ਨਹੀਂ ਤਾਂ ਭਾਈ ਮੁਸ਼ਕਲ ਆ। ਤੇ ਨਹੀਂ, ਲਾਹੇ ਦੀਆਂ ਗੱਲਾਂ ਬਹੁਤ ਨੇਗੀਆਂ, ਤੇ ਉਹ ਲਾਹੇ ਦੀਆਂ ਗੱਲਾਂ ਨੇ ਜਿਹੜੀਆਂ ਉਹ ਜਿੰਨੀਆਂ ਮਰਜ਼ੀ ਕਰੀ ਚੱਲੋ ਤੇ ਜਿੰਨੀਆਂ ਮਰਜ਼ੀ ਸੁਣੀ ਚੱਲੋ, ਉਹ ਮੁੱਕਣੀਆਂ ਨਹੀਂ ਹਨ। ਤੇ ਸੱਚਾ ਲਾਹਾ 100 ਹੱਥ ਰੱਸਾ ਸਿਰੇ ਤੇ ਗੰਢ ਆਹੀ ਆ ਵੀ ਆਪਾਂ ਆਪਣੇ ਮਨ ਨੂੰ ਗੁਰੂ ਨਾਲ ਮਿਲਾਈਏ, ਗੁਰੂ ਨਾਲ ਮਿਲਾ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਈਏ। ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਇਆ, ਆਪਣਾ ਪਰਿਵਾਰ ਸੋਹਣਾ ਬਣੂ, ਪਰਿਵਾਰ ਸੋਹਣਾ ਬਣ ਗਿਆ, ਗੁਆਂਢ ਸੋਹਣਾ ਬਣ ਜੂ, ਗੁਆਂਢ ਸੋਹਣਾ ਬਣ ਗਿਆ ਮੁਹੱਲਾ, ਮੁਹੱਲੇ ਤੋਂ ਬਾਅਦ ਪਿੰਡ, ਪਿੰਡ ਤੋਂ ਬਾਅਦ ਇਲਾਕਾ, ਫਿਰ ਪੂਰਾ ਸੂਬਾ, ਪੂਰਾ ਦੇਸ਼। ਪਰ ਨਹੀਂ, ਇਹ ਕੰਮ ਕਰਨਾ ਸਾਡੇ ਲਈ ਔਖਾ ਲੱਗਦਾ। ਅਸੀਂ ਦੁਨਿਆਵੀ ਬਹੁਤ ਕੁਝ ਕਰ ਸਕਦੇ ਹਾਂ, ਪਰ ਗੁਰੂ ਦੀ ਮੱਤ ਨਾਲ ਆਪਣੇ ਮਨ ਨੂੰ ਮਿਲਾਉਣਾ, ਇਹ ਲਾਹਾ ਖੱਟਣਾ ਸਾਡੇ ਲਈ ਵੱਡਾ ਔਖਾ ਗਾ। ਚਲੋ ਹੁਣ ਭਗਤ ਕਬੀਰ ਸਾਹਿਬ ਜੀ ਨੇ ਪੁੱਛਿਆ ਫਿਰ ਲਾਹਾ ਕਿਹੜਾ ਖੱਟੇਗਾ? ਉਹ ਅਸੀਂ 5ਵੇਂ ਪਾਤਸ਼ਾਹ ਤੋਂ ਪੁੱਛ ਕੇ ਦੂਜੇ ਦਿਨ ਦੀ ਕਲਾਸ ਵਿੱਚ ਜਾ ਕੇ ਉੱਤਰ ਦੇ ਦਿੱਤਾ ਵੀ ਮੈਂ ਆਪਣੇ ਮਨ ਨੂੰ ਗੁਰੂ ਦੀ ਵਿਚਾਰ ਨਾਲ ਮਿਲਾ ਕੇ ਜ਼ਿੰਦਗੀ ਨੂੰ ਸੋਹਣਾ ਬਣਾ ਸਕਦਾ ਹਾਂ। ਫਿਰ ਮੇਰੇ ਤੇ ਭਗਤ ਕਬੀਰ ਸਾਹਿਬ ਜੀ ਖੁਸ਼ ਹੋ ਗਏ। ਜਦੋਂ ਖੁਸ਼ ਹੋ ਗਏ ਨਾ, ਫਿਰ ਉਹਨਾਂ ਨੇ ਕੀ ਵਚਨ ਉਚਾਰਨ ਕੀਤਾ? ਗੁਰਮੁਖ ਲਾਹਾ ਲੈ ਗਏ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੇ ਸਾਨੂੰ ਕੀ ਦੱਸਿਆ? ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਮਨਮੁਖਾਂ ਨੇ ਆਪਣਾ ਮੂਲ ਗਵਾ ਲਿਆ ਤੇ ਗੁਰਮੁਖ ਲਾਹਾ ਲੈ ਗਏ। ਕਮਾਈ ਕਰਨ ਵਾਲਾ ਟਰਾਲੀਆਂ ਭਰ ਕੇ ਲੈ ਗਿਆ, ਤੇ ਜਿਹਨੇ ਕਮਾਈ ਨਹੀਂ ਕੀਤੀ ਉਹਦੇ ਪੱਲੇ ਕੁਛ ਵੀ ਨਹੀਂ ਪਿਆ। ਜਿਹਨੇ ਦਿਨ ਰਾਤ ਬੱਚੇ ਨੇ ਪੜ੍ਹਨ ਤੇ ਭਾਵ 20-20 ਘੰਟੇ ਗੁਜ਼ਾਰੇ ਆ ਨਾ, ਤੇ ਉਹ ਕੁਰਸੀ ਤੇ ਜਾ ਕੇ ਬੈਠ ਗਿਆ, ਚੰਗੀ ਡਿਊਟੀ ਤੇ ਜਾ ਕੇ ਬੈਠ ਗਿਆ। ਤੇ ਜਿਹਨੇ 20-20 ਘੰਟੇ ਗਲੀਆਂ 'ਚ ਗੇੜੇ ਕੱਢੇ ਨੇ, ਮਹਿਫਲਾਂ ਦੇ ਵਿੱਚ ਜਾ ਕੇ ਗੰਦੇ ਕੰਮ ਹੀ ਕਰਦਾ ਰਿਹਾਗਾ, ਉਹ ਕਦੇ ਫਿਰ ਲਾਹਾ ਨਹੀਂ ਖੱਟ ਸਕਦਾਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੂੰ ਅਸੀਂ ਜਾ ਕੇ ਦੱਸ ਦਿੱਤਾ। ਫਿਰ ਅੱਗੇ ਭਗਤ ਕਬੀਰ ਸਾਹਿਬ ਜੀ ਬਹੁਤ ਖੁਸ਼ ਹੋਏ। ਉਹਨਾਂ ਨੇ ਫਿਰ ਅੱਗੇ ਗੱਲ ਕੀ ਕੀਤੀ ਹੈਗੀ? ਕਹਿੰਦੇ ਰਾਮ ਨਾ ਜਪੋ ਕਵਨ ਮਤ ਲਾਗੇ। ਸ਼ਾਬਾਸ਼ ਪੁੱਤਰ, ਤੂੰ ਜਿਹੜਾ ਮੈਨੂੰ ਜਵਾਬ ਦੇ ਦਿੱਤਾ। ਫਿਰ ਅੱਗੇ ਭਗਤ ਕਬੀਰ ਸਾਹਿਬ ਜੀ ਕਲਾਸ ਵਿੱਚ ਬੋਲਦੇ ਨੇ, ਕਹਿੰਦੇ ਪੁੱਤ ਹੁਣ ਮੇਰੀ ਗੱਲ ਸੁਣ ਲਾ, ਜੇ ਤੂੰ ਇਹ ਕੰਮ ਨਾ ਕਰੇਗਾ ਨਾ, ਜੇ ਤੂੰ ਇਹ ਕੰਮ ਨਾ ਕਰੇਗਾ ਤੇਰੀ ਜ਼ਿੰਦਗੀ ਖੁਆਰ ਹੋ ਜਾਊ। ਰਾਮ ਨਾ ਜਪੋ, ਜੇ ਤੂੰ ਪਰਮਾਤਮਾ ਦਾ ਨਾਮ ਆਪਣੇ ਮਨ ਕਰਕੇ ਨਹੀਂ ਜਪਿਆ ਤਾਂ ਫਿਰ ਕੀ ਲਿਖਿਆ? ਕਵਨ ਮਤ ਲਾਗੀ। ਫਿਰ ਤੂੰ ਕਿਸੇ ਭੈੜੀ ਮਤ ਦਾ ਸ਼ਿਕਾਰ ਹੋ ਜਾਵੇਂਗਾ। ਚੰਗੀ ਸੰਗਤ ਵਿੱਚ ਨਹੀਂ ਆਇਆ, ਕੁਸੰਗਤ ਵਿੱਚ ਪਹੁੰਚ ਕੇ ਆਪਣੇ ਆਪ ਨੂੰ ਭੈੜੀ ਮੱਤ ਵਿੱਚ, ਭੈੜਿਆਂ ਵਿੱਚ ਲਿਜਾ ਕੇ ਗੰਦੇ ਬੰਦਿਆਂ ਦਾ ਸੰਗ ਕਰਕੇ ਉਹਨਾਂ ਦਾ ਸ਼ਿਕਾਰ ਹੋ ਗਿਆ, ਭੇਟ ਚੜ ਗਿਆ। ਜਿਹਨੂੰ ਆਪਾਂ ਕਹਿ ਦਈਏ ਸਾਡਾ ਫਲਾਨਿਆਂ ਦਾ ਨੌਜਵਾਨ ਫਲਾਨੀ ਸੰਗਤ 'ਚ ਭੇਟ ਚੜ ਗਿਆ, ਬਸ ਖਤਮ ਆ ਭਾਈ, ਬੜਿਆਂ ਦਾ ਜੀਵਨ ਖਤਮ ਹੋ ਗਿਆ। ਆਪਾਂ ਵੇਖਦੇ ਆ ਸਾਡੇ ਨਗਰਾਂ ਦੇ ਵਿੱਚ ਨਿੱਕੇ ਨਿੱਕੇ ਲੜਕੇ, ਬੱਚੇ ਬੱਚੀਆਂ ਕਿਵੇਂ ਨਸ਼ਿਆਂ ਦੇ ਆਦੀ ਹੋਏ ਪਏ ਨੇ, ਉਹ ਸਾਰਾ ਦ੍ਰਿਸ਼ ਆਪਾਂ ਵੇਖਦੇ ਆ। ਇੱਥੇ ਭਗਤ ਜੀ ਕਹਿੰਦੇ ਆਪਣੇ ਮਨ ਦੀ ਮੱਤ ਤੂੰ ਨਾ ਤਿਆਗੀ ਨਾ, ਕਵਨ ਮਤ ਲਾਗੇ, ਫਿਰ ਤੂੰ ਝੂਠੀ ਮੱਤ ਵਿੱਚ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਲੇਗਾ। ਪੁੱਤ ਆਹ ਕੰਮ ਤੂੰ ਕਦੇ ਨਹੀਂ ਕਰਨਾਗਾ, ਤੂੰ ਬਚ ਕੇ ਰਹਿਣਾਗਾ। ਫਿਰ ਪੰਕਤੀ ਪੜ੍ਹੀਏ, ਰਾਮ ਨਾ ਜਪੂ ਕਵਨ ਮਤ ਲਾਗੇ। ਕਈ ਵਾਰ ਕਿਹਾ ਜਾਂਦਾ ਨਾ ਵੀ ਰਾਮ ਰਾਮ ਵਾਹਿਗੁਰੂ ਕਹਿਣ ਦਾ, ਗੁਰਬਾਣੀ ਪੜ੍ਹਨ ਦਾ, ਗੁਰਬਾਣੀ ਨੂੰ ਸਮਝਣ ਦਾ ਕੋਈ ਫਾਇਦਾ ਨਹੀਂ ਹੈ। ਫਾਇਦਾ ਆਹੀ ਆ ਸਾਡੇ ਵਿਚਾਰ ਗੁਰੂ ਨਾਲ ਜੁੜ ਕੇ ਸੋਹਣੇ ਬਣੇ ਰਹਿੰਦੇ ਨੇ। ਗੁਰੂ ਨਾਲ ਟੁੱਟ ਕੇ ਜਿਹੜੇ ਵਿਚਾਰ ਆ ਨਾ ਇਹ ਗੰਦੇ ਹੋ ਜਾਂਦੇ ਨੇ, ਤੇ ਗੰਦੇ ਵਿਚਾਰਾਂ ਕਰਕੇ ਜ਼ਿੰਦਗੀ ਗੰਦੀ ਆ, ਚੰਗੇ ਵਿਚਾਰਾਂ ਕਰਕੇ ਜ਼ਿੰਦਗੀ ਚੰਗੀ ਆ। ਆਲਾਹਾ। ਫਿਰ ਗੁਰੂ ਸਾਹਿਬ ਜੀ ਕਹਿੰਦੇ ਮਰ ਜਾਏਵੋ ਕਹੋ ਕਿਆ ਕਹੋ ਅਭਾਗੇ। ਇਦਾਂ ਗੰਦੇ ਕੰਮਾਂ ਦੇ ਵਿੱਚ ਪੈ ਕੇ ਭਾਈ ਤੂੰ ਇੱਕ ਦਿਨ ਮਰ ਜਾਏਗਾ। ਚਲੋ ਤਾਂ ਸਭ ਨਹੀਂ ਜਾਣਾਗਾ, ਸਰੀਰ ਕਰਕੇ ਵੀ। ਸ਼ਾਇਦ ਇੱਥੇ ਜ਼ਿਕਰ ਕੀਤਾ ਵੀ ਇਦਾਂ ਗੰਦੇ ਕੰਮ ਕਰਦਿਆਂ ਸਾਡਾ ਜਿਹੜਾ ਅੰਦਰ ਆ ਨਾ ਉਹ ਮਰ ਜਾਊਗਾ।
ਜਦੋਂ ਅੰਦਰੋਂ ਅਸੀਂ ਮਰ ਗਏ, ਖਤਮ ਹੋ ਗਏ, ਫਿਰ ਭਗਤ ਜੀ ਕਹਿੰਦੇ ਨੇ, ਕਹਿੰਦੇ ਫਿਰ ਤੂੰ ਦੁਨੀਆ ਦੇ ਵਿੱਚ, ਚਲੋ ਗੁਰੂ ਤਾਂ ਤੈਨੂੰ ਜਦੋਂ ਕਹੂ ਵਾਕਈ ਗੱਲ ਛੱਡ, ਉਹ ਤਾਂ ਆਪਾਂ ਨੂੰ ਪਤਾ ਹੀ ਆ, ਗੁਰਦੇਵ ਪਾਤਸ਼ਾਹ ਤਾਂ ਉਲਾਂਭਾ ਦਿੰਦੇ ਹੀ ਦਿੰਦੇ ਨੇ, ਪਰ ਤੂੰ ਦੁਨੀਆ ਦੇ ਵਿੱਚ ਵੀ ਨਾ ਅਭਾਗਾ ਬਣ ਜਾਏਗਾ, ਵੱਡ ਭਾਗਾ ਨਹੀਂ ਬਣੇਗਾ, ਅਭਾਗਾ ਬਣ ਜਾਏਗਾ। ਜਿਵੇਂ ਆਪਾਂ ਬਾਅਦ ਵਿੱਚ ਵੀ ਸੰਗਤ ਦਾ ਧੰਨਵਾਦ ਕਰਦੇ ਨੇ ਵੀ ਸੰਗਤ ਜੀ ਤੁਸੀਂ ਧੰਨਤਾ ਦੇ ਯੋਗ ਹੋ, ਵੱਡ ਭਾਗੇ ਹੋ। ਕਦੇ ਗੁਰੂ ਪਾਤਸ਼ਾਹ ਦੇ ਜਿੱਥੇ ਪ੍ਰਕਾਸ਼ ਹੈ ਨਾ, ਉਸ ਸਟੇਜ ਤੋਂ ਤੁਸੀਂ ਕਿਸੇ ਵੀ ਬੁਲਾਰੇ ਪਾਸੋਂ ਇਹ ਨਹੀਂ ਸੁਣਿਆ ਹੋਣਾ ਵੀ ਸੰਗਤ ਜੀ ਤੁਸੀਂ ਅਭਾਗੇ ਹੋ, ਇਹ ਨਹੀਂ ਸੁਣਿਆ ਹੋਵੇਗਾ। ਕੀ ਕਿਹਾ ਜਾਂਦਾ? ਤੁਸੀਂ ਵੱਡ ਭਾਗੇ ਹੋ, ਵੱਡੇ ਭਾਗਾਂ ਵਾਲੇ, ਚੰਗੀ ਕਿਸਮਤ ਵਾਲੇ, ਚੰਗੇ ਜੀਵਨ ਵਾਲੇ ਹੋ। ਅੱਛਾ, ਜਿਹੜੇ ਠੇਕੇ ਵੱਲ ਜਾਂਦੇ ਨੇ ਉਹਨਾਂ ਨੂੰ ਕਿਹਾ ਜਾਂਦਾਗਾ ਇਹ ਨਿਭਾਗੇ ਨੇ, ਇਹ ਅਭਾਗੇ ਨੇ ਭਾਈ। ਸਿਆਣਾ ਬੰਦਾ ਉਹਨਾਂ ਨੂੰ ਨਹੀਂ ਕਹਿੰਦਾ ਵੀ ਤੁਸੀਂ ਤਾਂ ਬਾਹਲੇ ਚੰਗੇ ਭਾਗਾਂ ਵਾਲੇ, ਰੋਜ਼ ਸ਼ਰਾਬ ਪੀ ਲੈਂਦੇ ਹੋ, ਤੁਸੀਂ ਤਾਂ ਬਾਹਲੇ ਚੰਗੇ ਭਾਗਾਂ ਵਾਲੇ ਨੂੰ, ਰੋਜ਼ ਚਿੱਟਾ ਪੀਂਦੇ ਹੋ, ਚਿੱਟੇ ਦੇ ਟੀਕੇ ਵਗੈਰਾ ਲਾਉਣੇ ਹੋਗੇ, ਤੁਸੀਂ ਤਾਂ ਬਾਹਲੇ ਚੰਗੇ ਕਰਮਾਂ ਵਾਲੇ ਹੋਗੇ ਨਾ। ਉਹਨਾਂ ਨੂੰ ਕੀ ਕਿਹਾ ਜਾਂਦਾ? ਇਹ ਤਾਂ ਮੰਦੜੇ ਕਰਮਾਂ ਵਾਲੇ ਆ, ਅਭਾਗੇ ਨੇ, ਨਿਭਾਗੇ ਕਿਹਾ ਜਾਂਦਾ। ਇਹਨਾਂ ਦਾ ਭਾਗ ਕੋਈ ਨਹੀਂ। ਤੇ ਭਾਗ ਭਰਿਆ ਕਿਹਨੂੰ ਕਿਹਾ ਜਾਂਦਾ? ਜਿਹੜਾ ਮਨੁੱਖ ਸੱਚੀ ਕਿਰਤ ਨਾਲ ਜੁੜਿਆ ਹੋਇਆ ਤੇ ਗੁਰਮਤ ਨਾਲ ਆਪਣੇ ਜੀਵਨ ਨੂੰ ਮਿਲਾ ਕੇ ਜ਼ਿੰਦਗੀ ਜਿਉਂਦਾ, ਉਹਨਾਂ ਨੂੰ ਫਿਰ ਵੱਡ ਭਾਗੇ ਕਿਹਾ ਜਾਂਦਾ। ਅਭਾਗੇ ਕਿਹਨੂੰ ਕਿਹਾ? ਭਗਤ ਕਬੀਰ ਸਾਹਿਬ ਜੀ ਕਹਿੰਦੇ, ਮਰ ਜਾਏ ਵੇ ਕਉ ਕਿਆ ਕਰੂੰ ਅਭਾਗੇ। ਕਹਿੰਦੇ ਇਦਾਂ ਭਾਈ ਨਾ ਤੂੰ ਜ਼ਿੰਦਗੀ ਜਿਉਂਦਾ ਮਤ ਨੂੰ ਗਲਤ ਕੁਸੰਗਤ ਵਿੱਚ ਪਾ ਕੇ ਅਭਾਗਾ ਬਣ ਜਾਵੇਂਗਾ, ਐਂ ਇੱਕ ਦਿਨ ਮਰ ਜਾਏਗਾ। ਜ਼ਮੀਰ ਕਰਕੇ ਮਰ ਗਿਆ ਨਾ, ਫਿਰ ਤੇਰਾ ਮੁੱਲ ਨਹੀਂ ਪੈਣਾ। ਜ਼ਿੰਦਗੀ ਦੇ ਵਿੱਚ ਤੂੰ ਆਇਆ ਸੀ, ਉਹ ਪਿੱਛੇ ਆਪਾਂ ਪੜ੍ਹੇ ਆ, ਕੀ ਪੜ੍ਹਿਆ ਸੀਗਾ? ਸੁੰਨੇ ਘਰ ਕਾ ਪਹੁਣਾ, ਜਿਉਂ ਆਇਆ ਤਿਉਂ ਜਾਏ। ਸੁੰਨੇ ਘਰ ਦੇ ਵਿੱਚ ਮਹਿਮਾਨ ਆਏ, ਪਰ ਕੁਛ ਵੀ ਆਉਣ ਦਾ ਉਹਨਾਂ ਦਾ ਸੁਭਾਅ ਚੰਗਾ ਨਹੀਂ ਬਣਿਆ, ਮੇਲ ਮਿਲਾਪ ਨਹੀਂ ਹੋਇਆ, ਕਿਸੇ ਤਰ੍ਹਾਂ ਦੀ ਕੋਈ ਉਹਨਾਂ ਦੀ ਸੇਵਾ ਨਹੀਂ ਹੋਏਗੀ, ਆਓ ਭਗਤ ਨਹੀਂ ਹੋਈ, ਜੀ ਆਇਆਂ ਨੂੰ ਕਿਸੇ ਨੇ ਨਹੀਂ ਕਿਹਾ। ਜਿਵੇਂ ਆਏ ਸੀ ਉਵੇਂ ਵਾਪਸ ਮੁੜ ਗਏ। ਸਗੋਂ ਸੁੰਨੇ ਘਰ ਵਿੱਚ ਆਉਣ ਵਾਲਿਆਂ ਦੇ ਸੰਬੰਧੀ ਦੇਖਣ ਵਾਲਿਆਂ ਨੇ ਹਾਸੇ ਦੇ ਵਿੱਚ ਇਹ ਗੱਲ ਤਾਂ ਕਹੀ ਸੀ, ਲੈ ਉਹੀ ਮੂੰਹ ਚੱਕ ਕੇ ਤੁਰੇ ਫਿਰਦਾ, ਤੁਹਾਨੂੰ ਪਤਾ ਤਾਂ ਹੈ ਵੀ ਇੱਥੇ ਕੋਈ ਹੈ ਹੀ ਨਹੀਂਗਾ। ਦੇਖਣ ਵਾਲਿਆਂ ਨੇ ਇਹ ਗੱਲ ਜ਼ਰੂਰ ਕਹਿ ਦਿੱਤੀ, ਪਤਾ ਤਾਂ ਹੈ ਵੀ ਇੱਥੇ ਕੋਈ ਹੈ ਹੀ ਨਹੀਂਗਾ, ਉਹੀ ਤੁਰੇ ਫਿਰਦੇ ਮੂੰਹ ਚੱਕ ਕੇ। ਸ਼ਾਇਦ ਕਦੇ ਸਾਨੂੰ ਗੁਰੂ ਵੀ ਨਹੀਂ ਇਹ ਗੱਲ ਕਹੀ ਆ, ਉਹ ਵੀ ਸਾਨੂੰ ਧਰਿਗ ਜੀਵਨ ਧਰਿਗ ਜੀਵਾਸ। ਇੱਥੋਂ ਮੈਸੇਜ ਕੀ ਮਿਲ ਗਿਆ? ਗੁਰੂ ਨੇ ਕਹਿਤਾ ਉਹੀ ਮੂੰਹ ਚੱਕ ਕੇ ਇੱਥੇ ਆ ਗਿਆ। ਆਉਣ ਦਾ ਮਤਲਬ ਕੀ ਸੀ? ਇੱਥੇ ਕੋਈ ਤੇਰਾ ਫਾਇਦਾ ਨਹੀਂ ਹੋਇਆਗਾ। ਇਸ ਕਰਕੇ ਪ੍ਰਾਣੀ ਤੂੰ ਆਇਓ ਲਾਹਾ ਲੈਣ, ਆਪਾਂ ਲਾਹਾ ਖੱਟਣਾ ਕਿਸ ਚੀਜ਼ ਦਾ? ਦੁਨਿਆਵੀ ਲਾਹੀ ਨਹੀਂ, ਆਪਣੇ ਮਨ ਨੂੰ ਮਨ ਗੁਰ ਮਿਲ ਕਾਜ ਸਵਾਰੇ, ਮਨ ਨੂੰ ਗੁਰੂ ਦੀ ਮੱਤ ਨਾਲ ਜੋੜ ਕੇ ਆਪਣੇ ਜ਼ਿੰਦਗੀ ਦੇ ਕਾਰਜ ਸਫਲ ਕਰਨੇ ਨੇ। ਜੋ ਸਾਡਾ ਮੇਨ ਕਾਰਜ ਆ, ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ, ਜਿਸ ਆਹਰ ਕਰਕੇ ਜਗਤ ਦਾ ਉਧਾਰ ਹੋਣਾ, ਉਹ ਕੰਮ ਆਪਾਂ ਕਰਨਾ ਸੀ। ਫਿਰ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ, ਜਿਉ ਫਿਰ ਆਪਾਂ ਗੁਰਮੁਖ ਬਣ ਕੇ ਸੱਚਾ ਲਾਹਾ ਖੱਟ ਲਵਾਂਗੇ। ਅੱਗੇ ਭਗਤ ਜੀ ਕਹਿੰਦੇ ਨੇ, ਕਹਿੰਦੇ ਦੁੱਖ ਸੁੱਖ ਕਰਕੇ ਕੁਟੰਬ ਜੀਵ ਆਇਆ। ਦੇਖ ਬੰਦਿਆ, ਲਾਹਾ ਤੂੰ ਖੱਟਣਾ ਸੀ, ਉਹ ਆਪਾਂ ਸਮਝ ਲਿਆ ਸਾਰਾ ਕਿਹੜਾ ਖੱਟਣਾ ਸੀ, ਪਰ ਤੂੰ ਲਾਹਾ ਖੱਟ ਰਿਹਾਂਗਾ, ਤੂੰ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਕਰ ਰਿਹਾਂਗਾ। ਅੱਜ ਦੇ ਸ਼ਬਦ ਦਾ ਮੇਨ ਭਾਵ ਕੀ ਆ? ਸਿਮਰਨ ਤੋਂ ਬਿਨਾ, ਗਿਆਨ ਤੋਂ ਬਿਨਾ, ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਲੈਣ ਤੋਂ ਬਿਨਾ ਸਾਡਾ ਜੀਵਨ ਅਜਾਈਂ ਚਲਾ ਜਾਂਦਾ, ਬੇਕਾਰ ਚਲਾ ਜਾਂਦਾਗਾ, ਉਹ ਲੇਖੇ ਵਿੱਚ ਨਹੀਂ ਪੈਂਦਾ ਕਿਸੇ 'ਚ। ਹੁਣ ਇੱਥੇ ਭਗਤ ਸਾਹਿਬਾਨ ਜੀ ਕਹਿੰਦੇ ਨੇ, ਦੁੱਖ ਸੁੱਖ ਕਰਕੇ, ਕਹਿੰਦੇ ਬੜੀ ਵਿਪਤਾ ਦੇ ਵਿੱਚੋਂ ਦੀ ਲੰਘਦਾ ਹੋਇਆ, ਜਿਵੇਂ ਆਪਾਂ ਕਹੀਏ ਬੜੇ ਪਾਪੜ ਵੇਲੇ ਭਾਈ ਤੈ ਜਾਂ ਮੈਂ ਬੜੇ ਪਾਪੜ ਵੇਲੇ। ਫਿਰ ਹੋਇਆ ਕਿ ਦੁੱਖ ਸੁੱਖ ਕਰਕੇ ਕੁਟੰਬ ਜੀਵ ਆਇਆ। ਜਿੰਨੀਆਂ ਤਕਲੀਫਾਂ ਝੱਲੀਆਂ, ਜਿੰਨੇ ਪਾਪੜ ਵੇਲੇ, ਜਿੰਨੇ ਦੁੱਖ ਝੱਲੇ, ਕਿਹਦੇ ਕਰਕੇ? ਆਪਣੇ ਕੁਟੰਬ ਕਰਕੇ। ਕੁਟੰਬ ਜੀਵ ਆਇਆ। ਅੱਗੇ ਮਰਤੀ ਵਾਰ ਇਕਸਰ ਦੁੱਖ ਪਾਇਆ। ਕਹਿੰਦੇ ਮਰਨ ਵੇਲੇ ਇੱਕ ਵੀ ਤੇਰੇ ਦੁੱਖਾਂ ਦੇ ਵਿੱਚ ਸ਼ਰੀਕ ਨਹੀਂ ਹੋਇਆਗਾ। ਆਪਣੀ ਆਵਾਜ਼ ਹੁੰਦੀ ਆ ਵੀ ਭਾਈ ਦੁੱਖਾਂ ਦੇ ਵਿੱਚ ਸ਼ਰੀਕ ਹੁੰਦਾ ਬੰਦਾ, ਬੰਦੇ ਦੇ ਦੁੱਖਾਂ 'ਚ, ਪਰ ਗੁਰੂ ਕਹਿੰਦਾ ਨਹੀਂ, ਬੰਦਾ ਬੰਦੇ ਦੇ ਦੁੱਖਾਂ 'ਚ ਤਾਂ ਸ਼ਰੀਕ ਹੋਇਆ ਹੀ ਨਹੀਂਗਾ।
शरीक होने तो भाव किसी दे दुख अपने हिस्से लै लेने, किसी दे दुख नूं अपने ते लै लेना। पर हुण अपने च माफ करना कोई अजिहा व्यक्ति तो नहीं होना भी जिहड़े ने किसी दा दुख अपने ते ले लिया होवे। ये तो धन गुरु अर्जन साहब महाराज जी आ, जिन्हां ने साडे दुख लाहौर दी धरती ते तत्ती तवी ते बैठ के अपने ते ले ले सारे, भी सारिਆਂ ਦਾ नुकसान ना तुसी नहीं करना गा, जो तसीहा देना सानू दिओ। ये तो धन गुरु तेग बहादुर महाराज ही आ, जिन्हां ने पूरी मनुखता दे दुखां नूं अपने ते ले लिया। औरंगजेब ने वढ़ना शुरू कर दिता ना, उन्हें अपने वल्लों औजार चलाने शुरू कर दिते, दुनिया नूं तकलीफां देनियां, मारना कुटना खत्म करन दा ये निशाना मिथ लिया सी। पर नौवें पातशाह ने अपने आप दा बलिदान दे दिता, कुर्बान कर दिता कौम तो, पर साडे दुख उन्हां ने अपने हिस्से ले लए। उस तो बाद कोई अजिहा व्यक्ति अज की दुनिया विच है, कोई महात्मा संत धर्मात्मा कोई जिहड़ा साडे दुखां नूं अपने ते ले ले? हाँ माफ करना, मैं सच्ची जी गल जरूर कहांगा, रौला पै रहा। देखो भाई सोडे दुख असीं अपने ते झलदे हां, ना 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 ना, ये तां आउण वाला वक्त दसूगा। आ जुबान नहीं दसदी गी, माना जिहड़ा वो किते होर आ, जुबान कुछ होर कहिंदी आ, रौला होर पै रहा, पिछे तो तालमेल कुछ होर आ, तो आउण वाला वक्त दसूगा भी जिहड़ा कहंदा असीं तुहाडे दुख अपने ते झलदे आ, साडे दुख तुसीं अपने ते झलने आ ना, तां फिर नौवें पातशाह तो सिੱਖਿਆ लवो। पहलां बैठे भी तुसीं नौवें पातशाह दे कोल ही हो, दूर नहीं बैठे। जिथे नौवें पातशाह ने दुनिया दे दुख अपने ते लेते आ ना, उहदे कोल ही बैठे हो, माड़ा जिहा सिੱਖਿਆ लै लो उत्थों। साडे किते पंप, साडियां किते फैक्ट्रियां, साडे किते कारखाने, जिन्हां दे विरुद्ध असीं रौला पाउणे आ, उन्हां नाल साਂਝੇ तां नहीं हन? जे साਂਝੇ ने तां गौर करो, माड़ी गौर करो भी वो बंदा दुख झल सकदा अपने ते साडी कौम दे? ना ना ना, मेरा दिमाग तां नहीं कहंदा, सोडा कहंदा होगा। इस करके वो अवस्था बनाउणी, वो पक्ष लैना तां बहुत वड्डी दूर दी गल आ गई, बहुत दूर दी गल आ। तां चलो वाहिगुरू भला करे वो दिन ना आवे। अपना पक्ष सीगा भी इत्थे गुरु साहिबान जी कहंदे ना, भगत जी कहंदे जिन्ना करके तू घालना घाली, उन्हां ने तेरे दुख दे विच शरीक होण दा ढंग सिੱਖੇ ही नहीं, होना दा दूर दी गल आ, सिੱਖੇ ही नहीं है। फिर पिछे की लिखिया गा, मरती वार, जो तेरे ते कोई विपता आ गई ना, मरती वार तो भाव तेरे तकलीफ आ गई कोई, मरती वार अगे की लिखिया, इकसर दुख पाया तेरे जीवन विचों खड़े नहीं हन। फिर भगत कबीर साहब जी ने सोरठ राग दे विच भी लिखिया गा, बहु पर पंच कर पर धन लियावै, सुतदार पै आन लुटावै, मन मेरे भूले कपट ना कीजै, अंत नवेरा तेरी जी पह लीजै। अंत लेखा जोखा तेरी जिंद नहीं करना गा, उन्होंने नहीं करना जिन्ना करके तू ठगियां मार रहा ते वो ठगियां नूं लाहा कह रहा गा, उन्होंने तेरे दुखां दे विच शरीक नहीं होना गा। अंत नवेरा तेरे जी पह लीजै, छिन छिन तन छीजै जरा जनावै, तब तेरी ओक पानियों ना पावै। दुख तां बनाउणे दूर दी गल आ, दुख साझे करने शरीक होना वो तो बहुत दूर दी गल आ। भगत कबीर साहब जी कहंदे ना, तू कवेंगा ऐ हथ करके चुली पानी दी पा दो मेरे हत्थां ते, उन्होंने चुली पानी दी भी हत्थां ते नहीं पाउणीगी, पर जिहदे नाल जुड़ना सी, जिहने तेरे हत्थां ते पानी पाउणा जां पवाउणा सी, उहदे तो तू दूर रहा सारी उम्र है, ਉਹਦੇ ਨਾਲ ਨਾਤਾ नहीं जोड़ियागा, ਉਹਦੇ ਨਾਲ मिल के लाहा खट्टिया नहीं है। ਉਹਨੇ भाव तेरी इस मत बुद्ध ਦੇ ਵਿੱਚ विकास करना सी, ਉਹ विकास ने तेरे पुत्रां ਧੀਆਂ ਤੋਂ तेरे हत्थां 'ਚ पानी पवाउणा सीगा, ਉਹਨਾਂ ਤੋਂ ਪਾਣੀ ਪਵਾਉਣਾ ਸੀ ਨਾ ਤੇਰੇ ਕੰਮਾਂ ਨੇ, ਪਰ ਤੇਰੇ ਕੰਮ ਅਜਿਹੇ ਸੀ ਤੂੰ ਪਾਣੀ ਪਵਾਉਣ ਜੋਗਾ ਐਂਡ ਤੇ ਰਹੇ ਹੀ ਨਹੀਂ। ਸਾਡੀਆਂ ਕਰਤੂਤਾਂ ਦਾ ਸਾਡੀਆਂ ਨੂੰਹਾਂ ਨੂੰ, ਸਾਡੀਆਂ ਧੀਆਂ ਨੂੰ, ਸਾਡੇ ਪੁੱਤਰਾਂ ਨੂੰ, ਸਾਡੇ ਪੋਤਰਿਆਂ ਨੂੰ ਪਤਾ ਲੱਗ ਗਿਆ। ਉਹ ਤਾਂ ਡਿਟੇਲ ਆਪਾਂ ਬਣਾ ਕੇ ਨਿੱਕੀ ਜਿਹੀ ਪੈਨ ਡਰਾਈਵ ਵਿੱਚ ਦੇ ਦਿੰਦੇ ਹੁੰਦੇ ਵੀ ਅਸੀਂ ਆਹ ਕਰਤੂਤਾਂ ਕੀਤੀਆਂ, ਤੇ ਉਹ ਕਰਤੂਤਾਂ ਸਾਡੇ ਹੱਥਾਂ 'ਚ ਪਾਣੀ ਪਵਾਉਣ ਤੋਂ ਮਨਾ ਕਰ ਦਿੰਦੀਆਂ। ਨਾ ਨਾ ਰਹਿਣ ਦੇ, ਛੱਡ ਖੜਾ, ਹੋਰ ਹੀ ਲਫ਼ਜ਼ ਬੋਲੇ ਜਾਂਦੇ ਨੇਗੇ। ਤਾਂ ਹੀ ਉੱਥੋਂ ਕਬੀਰ ਸਾਹਿਬ ਜੀ ਕਹਿੰਦੇ ਮਰਤੀ ਵਾਰ
एक सर दुख पाया, मिलिया नहीं कुछ भी। फिर लास्ट विच कहंदे कंठ गहन तब करण पुकारा, कंठ गहन तब करण पुकारा, कह कबीर आगे ते ना समारा। समारे तो अर्थ है इत्थे समारना, इत्थे समारे तो अर्थ है सिमरन करना, वाहिगुरू नूं याद करना। भागां वालिया जदों भी तू ये वचन सुन लिया उसे दिन तो अपना अग्गा सवारना शुरू कर दे। अग्गा सवारांगे तां जे आपां अपने वर्तमान नूं सवार लवांगे, वर्तमान तां सवारांगे जे आपां गुरु नाल जुड़ांगे। जे गुरु नाल नहीं जुड़े तां आपां वर्तमान संवार नहीं सकदे, संभाल नहीं सकदे। जे वर्तमान नहीं संभालिया तां अपना अग्गा किसी भी कौल संभल नहीं सकदागा। ते करना की सी, अपने कंठ गले दे विच उस परमात्मा दी याद नूं वसाउणा सी, परमात्मा दी बाणी नाल जुड़ना सी, बाणी नूं अपनी जिंदगी च वरतना सी। गुरमत क्लास विच पहुंच के गुरु तो सवाल सुन के उन्हां दा उत्तर देना सी ते गुरु नूं सवाल करने सन। सो इस करके अज दे इस पावन शब्द विच भगत कबीर साहब जी ने साडी क्लास विच आउंदियां ही दो सवाल कीते। पहला दो सवाल करन तो बाद फिर उन्हें सानूं गल्लां सुणाउणीਆਂ शुरू कर दित्तियां। शायद टीचर का भी इदां दा ही सुभाਅ हुंदा, किरों पढ़ाउंदा भी आ ते नाल थोड़ियां थोड़ियां गल्लां तरीके भी समझाउंदा भी इउं इउं तुसीं भाई अगे सफल हो सकदे हो, पास हो सकदे हो, चंगे नंबर लै सकदे हो। आउण सार ने जो उहदा सिलेबस सी वो भी पढ़ाया लिखाया। इस करके भगत कबीर साहब जी ने दो सवाल किए। पहला अवतर आए कहाँ तुम कीना, इत्थे आके तू की कीता। असी कुछ ने जवाब दे दिता सी, कुछ तो जवाब नहीं दिता गया। फिर अगे कह दिता असी इत्थे लाहा खट्टण आए आ। फिर भगत कबीर साहब जी कहंदे लाहा कादा खट्टेगा, राम को नाम ना कबहू लीना। तू अगे लाहा खट्टेगा कादा, रब दा नाम तां जपे कोई नहीं गा। ते फिर उहदे लाहे खट्टण संबंधी असी पंजवें पातशाह उस साइड ते टीचर फिरदे सी, साडे क्लास विच नहीं सीगे, वो पासे सीगे। क्लास विच कबीर साहब सीगे, असी उन्हां नूं पुछ लिया थोड़ा जिहा टाइम बचा के भी तुसीं दस दो असीं लाहा काहदा खट्टना। फिर गुरु अर्जन साहब महाराज ने सानूं ਉਹ उत्तर दे दिता, पढ़ाता। सानूं की पढ़ाया सीगा, मन गुर मिल काज सवारे। इहां खाट चलो हर लाहा आगे वसन सुहेला, औद घटै दिन रहनारे, मन गुर मिल काज सवारे। फिर गुरु अर्जन साहब महाराज जी कहते तू भाई अपना मन गुरु नाल मिला के लाहा खट्टना है। गुरु नाल मन नूं मिला के मतलब अपने विचार ते गुरु दे विचार आपस विच साझे करने आ। जदों साझे होण लगे ना, जे तां अपने गंदे विचार होवे तां मिलने नहीं हो, जे मिलन लगे बस फिर असीं लाहा खट्टण लग गए। लाहा खट्टण दा सौखा तरीका गुरु नाल जुड़ के अपनी मन मत त्याग के गुरु दी मत नूं ग्रहण करके बस जीवन सफल करना है। इउं कह लो लास्ट विच कबीर साहब जी कहंदे परमात्मा दा नाम जपना, शुक्र करना है, उहदे दित्ते ते बाणी नूं अपनी जिंदगी च वसाउणा है ते नाल नाल कमाउणा भी है। फिर असीं सच्चा लाहा भाई खट सकदे हां। इहां खाट चलो हर लाहा आगे वसन सुहेला। सो सबना दा धन्नवाद। होईयां भुल्लां दी खिमा। वाहिगुरू जी का खालसा, वाहिगुरू जी की फतेह। राम कली महला तीजा। आनंद एको ओंकार।